ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੰਘਨਾ ਟੀਵੀ ਯੂਕੇ। ਸਿੰਘਨਾ ਟੀਵੀ ਤੁਹਾਡੀ ਆਪਣੀ ਆਵਾਜ਼, ਕੌਮ ਦੀ ਆਵਾਜ਼। ਅੱਜ ਤੁਹਾਡੇ ਸਾਹਮਣੇ ਅਸੀਂ ਜੋ ਮੁੱਦੇ ਸਾਡੇ, ਕਿਉਂਕਿ ਅਸੀਂ ਕੇਵਲ ਜ਼ਿਆਦਾ ਕੰਮ ਅਸੀਂ ਰਿਲੀਜਨਸ ਉੱਪਰ ਕਰਦੇ ਹਾਂ, ਹਿਊਮਨ ਰਾਈਟਸ ਉੱਪਰ ਕਰਦੇ ਹਾਂ, ਸੱਚ ਦੇ ਆਧਾਰ 'ਤੇ ਕਰਦੇ ਹਾਂ। ਬੋਲੀਏ ਸੱਚ, ਧਰਮ, ਝੂਠ ਨਾ ਬੋਲੀਏ। ਉਸ ਦੇ ਆਧਾਰ 'ਤੇ ਸਾਡੀ ਆਈਡੀਓਲੋਜੀ ਹੁੰਦੀ ਹੈ, ਗੱਲਬਾਤ ਹੁੰਦੀ ਹੈ। ਤੋ ਇਹ ਨਹੀਂ ਕਿ ਅਸੀਂ ਰਾਜਨੀਤਿਕ ਗੱਲਾਂ ਨਹੀਂ ਲੈਂਦੇ ਹਾਂ, ਉਹਨਾਂ ਨੂੰ ਉਸ ਪੱਖ ਨੂੰ ਵੀ ਛੂੰਹਦੇ ਹਾਂ। ਸਾਡੀ ਧਾਰਮਿਕ, ਸਿੱਖ ਦੀ ਧਾਰਮਿਕ ਰਾਜਨੀਤੀ ਹੈ। ਧਰਮ ਦੇ ਉੱਪਰ ਗੱਲਬਾਤ ਕਰਦੇ ਹਾਂ, ਆਰਥਿਕ ਸਮਾਜ ਦੇ ਮੁੱਦੇ ਉੱਪਰ ਗੱਲ ਕਰਦੇ ਹਾਂ। ਅਤੇ ਅੱਜ ਅਸੀਂ ਜੰਮੂ ਕਸ਼ਮੀਰ ਦੇ ਪੁੰਛ ਦੇ ਇਲਾਕੇ ਵਿੱਚ ਸਰਦਾਰ ਨਰਿੰਦਰ ਸਿੰਘ ਜੀ, ਜੋ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਹਨ ਅਤੇ ਕਾਫੀ ਲੰਬੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਨੇ। ਪਹਿਲਾਂ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰ ਚੁੱਕੇ ਹਾਂ ਅਤੇ ਹੁਣ ਅੱਜ ਫਿਰ ਅਸੀਂ ਸਿੰਘਨਾ ਦੀ ਟੀਮ ਇਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਇਹਨਾਂ ਦੇ ਘਰ, ਇਹਨਾਂ ਦੇ ਗ੍ਰਹਿ ਵਿਖੇ ਪੁੱਜੀ ਅਤੇ ਕੁਝ ਖਾਸ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ, ਜੋ ਇਸ ਵਕਤ ਪੁੰਛ ਦੇ ਭਾਈਚਾਰੇ ਅੰਦਰ, ਸਿੱਖ ਸਮਾਜ ਦੇ ਅੰਦਰ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਨੂੰ ਲੈ ਕੇ। ਸਾਡਾ ਮਕਸਦ ਕੇਵਲ ਇਹ ਨਹੀਂ ਹੈ ਕਿ ਅਸੀਂ ਦੂਜੇ ਚੈਨਲਾਂ ਦੀ ਤਰ੍ਹਾਂ ਅਸੀਂ ਕੇਵਲ TRP ਲਈਏ, ਉੱਧਰ ਗੱਲ ਕਰਕੇ ਇੱਧਰ ਕਰਕੇ ਮਸਲੇ ਨੂੰ ਇੰਨਾ ਕੁ ਭੜਕਾ ਦਈਏ ਤਾਂ ਕਿ ਜਿਹੜੇ ਤਿੰਨ ਭਰਾ ਨੇ ਉਹਨਾਂ ਦੇ ਵਿੱਚ ਆਪਸ 'ਚ ਖਿੱਚੋਤਾਣ ਬਣ ਜਾਵੇ। ਇਹ ਸਾਡਾ ਮਕਸਦ ਨਾ, ਇਹ ਗੁਰੂ ਨਾਨਕ ਸਾਹਿਬ ਦਾ ਮਕਸਦ ਹੈ। ਅਤੇ ਇਹਨਾਂ ਨਾਲ ਖਾਸ ਗੱਲਬਾਤ ਕਰਾਂਗੇ। ਸੋ ਇਹਨਾਂ ਦਾ ਸਰਦਾਰ ਨਰਿੰਦਰ ਸਿੰਘ ਜੀ ਦਾ ਸਿੰਘਨਾ ਟੀਵੀ ਦੇ ਉੱਪਰ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਨਰਿੰਦਰ ਸਿੰਘ ਜੀ, ਪਿੱਛੇ ਇੱਕ ਘਟਨਾਕ੍ਰਮ ਹੋਇਆ ਜਿਹੜੇ ਜੰਮੂ ਕਸ਼ਮੀਰ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਪ੍ਰਚਾਰ ਕੇਂਦਰ ਖੋਲ੍ਹੇ ਸਨ। ਵੈਸੇ ਤਾਂ ਜਿਹੜੀ ਸਿੱਖੀ ਦਾ ਪ੍ਰਚਾਰ ਜਿਹੜਾ ਗੁਰੂ ਨਾਨਕ ਸਾਹਿਬ ਪੁੰਛ ਵਿੱਚ ਨਹੀਂ ਆਏ, ਪਰ ਮਟਨ ਤੱਕ ਗਏ ਨੇ, ਕਸ਼ਮੀਰ ਤੱਕ ਗਏ ਨੇ। ਪੁੰਛ ਦੇ ਇਲਾਕੇ ਇਤਿਹਾਸ ਦੱਸਦਾ ਵੀ ਉਹ ਉੱਧਰ ਕਸ਼ਮੀਰ ਗਏ ਨੇ ਅਤੇ ਸਿੱਖ ਜਿਹੜੇ ਇੱਥੋਂ ਦੇ ਲੋਕ ਸਨ ਉਸ ਵਕਤ, ਤਾਂ ਉਹ ਉਸ ਵਕਤ ਇਹ ਕਲੀਮ ਸ਼ੇਵ ਸਨ। ਪਰ ਆਈਡੀਓਲੋਜੀ ਜਦੋਂ ਗੁਰੂ ਨਾਨਕ ਸਾਹਿਬ ਦੀ ਧਾਰਨ ਕੀਤੀ ਤਾਂ ਉੱਥੋਂ ਸਿੱਖੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਪੁੰਛ ਦੇ ਇਲਾਕੇ 'ਚ ਵੀ ਆਉਣੀ ਸ਼ੁਰੂ ਹੋਈ। ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੀ ਆਏ ਨੇ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਭਾਈ ਫੇਰੂ ਸਿੰਘ ਜੀ ਇੱਥੇ ਆਉਂਦੇ ਨੇ। ਇਹ ਗੱਲ ਸੱਚ ਹੈ। ਭਾਈ ਫੇਰੂ ਸਿੰਘ ਜੀ ਦਾ ਜੀਵਨ, ਉਹਨਾਂ ਦਾ ਗੁਰੂ ਸਾਹਿਬ ਦੇ ਸਿੱਖਾਂ ਵਰਗਾ ਜੀਵਨ ਸੀ। ਜੋ ਗੁਰੂ ਸਾਹਿਬ ਨੇ ਸਿਧਾਂਤ ਦਿੱਤੇ ਸਨ, ਜੋ ਉਹਨਾਂ ਦੇ ਪਰੰਪਰਾਵਾਂ ਸਨ, ਜੋ ਉਹਨਾਂ ਦੇ ਰੂਲ ਸਨ ਜਾਂ ਮਰਿਆਦਾ ਸੀ, ਉਹ ਉਹੀ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਫਾਲੋ ਕਰਦੇ ਸਨ। ਇੱਥੇ ਜਿਹੜਾ ਪਿਛਲਾ ਘਟਨਾਕ੍ਰਮ ਵਰਤਿਆ ਪੰਜਾਬ ਤੋਂ, ਉਹ ਵੀ ਸਾਡੇ ਦੁਸ਼ਮਣ ਨਹੀਂ ਹੈਗੇ। ਵੈਸੇ ਇੱਕ ਹੋਰ ਗੱਲ ਹੈ ਕਿ ਆਪਾਂ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਹਾਂ, ਜਾਂ ਡੇਰੇ ਦੇ ਹਾਂ, ਜਾਂ ਮਿਸ਼ਨਰੀ ਕਾਲਜ ਦੇ ਹਾਂ, ਜਾਂ ਟਕਸਾਲ ਦੇ ਹਾਂ, ਜਾਂ ਅਖੰਡ ਕੀਰਤੀ ਯਤਨ, ਜਾਂ ਕਿਸੇ ਸੰਤ ਸਮਾਜ ਦੇ ਹਾਂ। ਮੈਨੂੰ ਥੋੜ੍ਹਾ ਪਹਿਲਾਂ ਤੁਸੀਂ ਇਹ ਦੱਸੋ, ਸਿੱਖ ਆਪਾਂ ਕਿਸ ਦੇ ਹਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਪਿਆਰਾ ਕੁਐਸਚਨ ਆਪ ਜੀ ਨੇ ਪੁੱਛਿਆ ਹੈ, ਔਰ ਬੜਾ ਡੂੰਘਾ ਕੁਐਸਚਨ ਮੈਂ ਕਹਿ ਸਕਦਾ ਹਾਂ। ਜੇ ਅਸੀਂ ਸਿੱਖ ਹਾਂ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਆਈਡੀਓਲੋਜੀ ਨੂੰ ਲੈ ਕੇ ਚੱਲਣ ਵਾਲੇ ਸਿੱਖ ਜੀ, ਮੈਨੂੰ ਨਹੀਂ ਲੱਗਦਾ ਕਿ ਅਸੀਂ ਹੋਰ ਕਿਸੇ ਵੀ ਤਰ੍ਹਾਂ ਦੀ ਕਿਸੇ ਗੱਲ ਵਿੱਚ ਪਈਏ। ਵੱਖ-ਵੱਖ ਸੰਸਥਾਵਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਉਹ ਪ੍ਰਚਾਰ ਕਰ ਰਹੀਆਂ ਨੇ, ਪਰ ਜੋ ਕਸਵੱਟੀ ਹੈ ਉਹ ਕੇਵਲ ਅਤੇ ਕੇਵਲ ਅੱਜ ਦੀ ਡੇਟ ਵਿੱਚ ਉਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੇ ਜੀ। ਕਿਸੇ ਵੀ ਧਾਰਮਿਕ ਪ੍ਰਚਾਰਕ ਦੀ ਅਗਰ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਬਈ ਇਸ ਦਾ ਕੀ ਬੋਲ ਰਿਹਾ ਹੈ, ਕੀ ਕਰ ਰਿਹਾ ਹੈ, ਅਤੇ ਉਸ ਦੀ ਕਸਵੱਟੀ ਜਿਹੜੀ ਹੈ ਉਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੇ। ਜੇ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਵਿਚਾਰਧਾਰਾ ਹੈ ਉਹਦੇ ਨਾਲ ਉਹ ਮੇਲ ਰੱਖਦਾ ਹੈ, ਉਹਦੇ ਮੁਤਾਬਕ ਹੈ, ਅਸੀਂ ਉਸ ਨੂੰ ਪ੍ਰਚਾਰਕ ਕਹਿ ਸਕਦੇ ਹਾਂ। ਜੇ ਉਸ ਦੇ ਨਾਲ ਮੇਲ ਨਹੀਂ ਖਾ ਰਿਹਾ ਅਤੇ ਫਿਰ ਉਸ ਨੂੰ ਅਸੀਂ ਪ੍ਰਚਾਰਕ ਨਹੀਂ ਕਹਿ ਸਕਦੇ, ਉਸ ਨੂੰ ਅਸੀਂ ਸਿੱਖ ਨਹੀਂ ਕਹਿ ਸਕਦੇ। ਸਿੱਖ ਜੋ ਹੈ, ਉਸ ਦੀ ਆਈਡੀਓਲੋਜੀ, ਉਸ ਦੀ ਸੋਚ, ਉਸ ਦੀ ਵਿਚਾਰਧਾਰਾ, ਉਸ ਦਾ ਜੀਵਨ,
ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ। ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਜੀ ਜੀ। ਜੀ। ਦੂਸਰਾ ਸਵਾਲ ਇਸੇ ਨਾਲ ਹੀ ਹੈ, ਪੰਜਾਬ ਤੋਂ ਜਿਹੜੀ ਆਪਣੀ ਥੋੜ੍ਹੇ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਤੁਸੀਂ ਵੀ ਕੁਝ ਚੈਨਲ ਦੇ ਉੱਪਰ ਜਿਹੜੇ ਇੱਥੋਂ ਦੇ ਸਥਾਨਕ ਚੈਨਲ ਨੇ ਉਹਨਾਂ ਉੱਪਰ ਤੁਸੀਂ ਗੱਲਬਾਤ ਕੀਤੀ ਸੀ, ਜੀ ਪ੍ਰੈਸ ਕਾਨਫਰੰਸ ਕੀਤੀ ਸੀ, ਜੀ। ਅਤੇ ਉਹ ਜਿਹੜਾ ਸਾਰਾ ਉਹ ਮਾਜਰਾ ਕੀ ਸੀ ਸਾਰਾ ਜੋ ਇੱਥੇ ਗੱਲਬਾਤ ਤੁਹਾਨੂੰ ਜਿਹੜੀ ਤੁਸੀਂ ਮੀਡੀਆ ਗੱਲ ਕੀਤੀ, ਉਹ ਸੁਣਿਆ ਸੀ ਵੀ ਉਹ ਇੱਥੇ ਜੰਮੂ ਇੱਥੇ ਆਏ, ਇੱਥੋਂ ਫਿਰ ਜੰਮੂ ਵਾਪਸ ਗਏ ਹੈ ਨਾ, ਉਹ ਕੀ ਗੱਲਬਾਤ ਸਾਰੀ ਸੀ? ਦੇਖੋ, ਮੈਂ ਉਸ ਦੇ ਬਾਰੇ 'ਚ ਜ਼ਿਆਦਾ ਡਿਟੇਲ ਨਹੀਂ ਦੱਸ ਸਕਦਾ ਕਿਉਂਕਿ ਨਾ ਹੀ ਤਾਂ ਮੇਰੀ ਉਹਨਾਂ ਲੋਕਾਂ ਦੇ ਨਾਲ ਕੋਈ ਮੁਲਾਕਾਤ ਹੋਈ, ਨਾ ਮੈਂ ਉਹਨਾਂ ਨੂੰ ਮਿਲਿਆ, ਨਾ ਉਹ ਸਾਨੂੰ ਮਿਲੇ ਕਿਧਰੇ। ਹਾਂ, ਇੱਕ ਗੱਲ ਮੇਰੇ ਨੋਟਿਸ 'ਚ ਜ਼ਰੂਰ ਲਿਆਈ ਗਈ ਸੀ ਕਿ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਦੁਖੀਆ, ਉਹਨਾਂ ਦੇ ਨਾਲ ਕੋਈ ਟੈਲੀਫੋਨ 'ਤੇ ਉਹਨਾਂ ਦੀ ਗੱਲਬਾਤ ਹੋਈ ਔਰ ਕੁਛ ਉਹਨਾਂ ਨੇ ਇਸ ਕਿਸਮ ਦੇ ਸਵਾਲ ਜਵਾਬ ਕੀਤੇ ਜਾਂ ਕੁਛ ਧਮਕੀ ਵਾਲੀਆਂ ਗੱਲਾਂ ਵੀ ਕੀਤੀਆਂ। ਉਹਨਾਂ ਨੇ ਮੈਨੂੰ ਜ਼ਰੂਰ ਦੱਸਿਆ ਕਿ ਵੀ ਕੋਲ ਇਸ ਤਰੀਕੇ ਦੇ ਕੁਛ ਲੋਕੀ ਸਨ ਜਿਹੜੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਸਨ, ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਬਸ ਇੰਨੀ ਗੱਲ ਸੁਣੀ ਸੀ। ਮੈਂ ਕਿਧਰੇ ਕਿਸੇ ਨੂੰ ਮਿਲਿਆ ਨਹੀਂ ਜਾਂ ਦੇਖਿਆ ਨਹੀਂ ਜਾਂ ਸੁਣਿਆ, ਉਹਨਾਂ ਦੇ ਬਾਰੇ ਕੁਛ ਨਹੀਂ ਜਾਣ। ਕੁਛ ਸਮੇਂ ਬਾਅਦ ਉਹ ਜੰਮੂ ਦੀ ਘਟਨਾ ਵਾਪਰਦੀ ਹੈ ਡਿਗਿਆਨਾ ਆਸ਼ਰਮ ਦੇ ਅੰਦਰ, ਅਤੇ ਉਹ ਚੀਜ਼ ਸਾਡੇ ਵਾਸਤੇ ਬੜੀ ਇੱਕ ਦੁਖਦਾਇਕ ਲੱਗਦੀ ਹੈ ਕਿ ਬਈ ਕਿਉਂ ਇਸ ਕਿਸਮ ਦੀ ਘਟਨਾ ਡਿਗਿਆਨਾ ਆਸ਼ਰਮ ਵਿੱਚ ਕਿਵੇਂ ਹੋ ਗਈ। ਵੱਖ-ਵੱਖ ਲੋਕਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਉਸ ਨੂੰ ਬਿਆਨ ਕੀਤਾ ਕਿ ਬਈ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੋਇਆ। ਠੀਕ ਹੈ, ਜੋ ਵੀ ਹੋਇਆ, ਮੈਂ ਕੋਸ਼ਿਸ਼ ਕੀਤੀ ਕਿ ਭਈ ਕਿ ਉਹ ਜਿਹੜੀ ਫਿਲਮ ਉੱਥੋਂ ਦੀ ਉਹ ਪੂਰੀ ਕਲੀਅਰ ਕਿਸੇ ਨੂੰ ਨਹੀਂ ਪਤਾ, ਜਾਂ ਤਾਂ ਉੱਥੇ ਜਿਹੜੇ ਆਪਣੇ ਭਾਈ ਮਨਜੀਤ ਸਿੰਘ ਉਹਨਾਂ ਨੂੰ ਪਤਾ, ਜਾਂ ਕੁਝ ਹੋਰ ਲੋਕਾਂ ਨੂੰ, ਬਾਕੀ ਉਹ ਬਾਹਰ ਨਹੀਂ ਆਏਗੀ, ਨਾ ਦਿੱਤੀ ਗਈ। ਬਿਲਕੁਲ ਸਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀ। ਫਿਰ ਮੈਂ ਕੋਸ਼ਿਸ਼ ਹੀ ਉਹ ਕੀਤੀ ਕਿ ਬਈ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਸਾਡੀ ਕਮ ਸੇ ਕਮ, ਕਿਉਂਕਿ ਰਿਊਮਰਸ ਬੜੀਆਂ ਕਿਸਮ ਦੀਆਂ ਆ ਰਹੀਆਂ ਸਨ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਮੇਰਾ ਇਹੋ ਗੱਲ ਮੇਰੇ ਦਿਮਾਗ ਵਿੱਚ ਆਈ ਕਿ ਪਹਿਲੇ ਮਨ ਸਾਹਿਬ ਜੀ ਦੇ ਨਾਲ ਗੱਲ ਕਰ ਲੈਂਦੇ ਆ। ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਕੋਈ ਐਸੀ ਗੱਲ ਨਹੀਂ, ਬੜੀ ਰਿਊਮਰ ਚੱਲ ਰਹੀਆਂ, ਕੋਈ ਤਰ੍ਹਾਂ ਨਹੀਂ ਕੁਛ ਵੀ ਹੋਇਆ, ਲੇਕਿਨ ਇਸ ਕਿਸਮ ਦੀ ਥੋੜ੍ਹੀ ਗੱਲਬਾਤ ਕਰਨਾ ਚਾਹੀ ਉਹਨਾਂ ਨੇ। ਅਸੀਂ ਕਿਹਾ ਉਹਨਾਂ ਨੂੰ ਕਿ ਟਾਈਮ ਦਿੱਤਾ ਗੱਲ ਕਰਾਂ, ਮੈਂ ਕਿਧਰ ਜਾ ਰਿਹਾ ਸਾਂ, ਮੈਂ ਕਮਰੇ ਚਲਾ ਗਿਆ, ਪਿੱਛੇ ਇਸ ਕਿਸਮ ਦੀ ਘਟਨਾ ਜਿਹੜੀ ਹੈ ਵਾਪਰੀ ਹੈ। ਮੈਂ ਸਮਝਦਾ ਬੜੀ ਦੁਖਦਾਈ ਘਟਨਾ ਹੈ, ਕੋਈ ਵੀ ਹੋਵੇ, ਕਿਸੇ ਵੀ ਤਰ੍ਹਾਂ ਦੇ ਹੋਵੇ, ਉਹ ਇੱਕ ਸਰੂਪ ਦੇ ਵਿੱਚ ਆਏ, ਉਹ ਇੱਕ ਰੂਪ ਦੇ ਵਿੱਚ ਆਏ, ਉਹ ਸਾਡੇ ਵਾਸਤੇ ਸ਼ਰਮਿੰਦਗੀ ਹੈ ਕਿ ਵੀ ਇਸ ਕਿਸਮ ਦੀ ਘਟਨਾ ਕਿਧਰੇ ਵੀ ਵਾਪਰਨੀ ਨਹੀਂ ਚਾਹੀਦੀ ਸੀ। ਪਰ ਮੈਂ ਇਹ ਵੀ ਜ਼ਰੂਰ ਕਹਾਂਗਾ ਕਿ ਅੱਜ ਛੋਟੇ ਛੋਟੇ ਬੱਚੇ ਉੱਠ ਕੇ ਆਵਣ ਅਤੇ ਉਹਨਾਂ ਨੂੰ ਉਹ ਇੱਕਦਮ ਆ ਕੇ ਇਸ ਕਿਸਮ ਦੀ ਗੱਲ ਸੋਚ ਲਵਣ ਕਿ ਅਸੀਂ ਵੱਡਾ ਨਿੱਕਾ, ਕੋਈ ਛੋਟਾ ਵੱਡਾ ਨਹੀਂ ਦੇਖਣਾ ਹੈ, ਔਰ ਜਿਸ ਕਿਸਮ ਦੀ ਬਦਤਮੀਜ਼ੀ ਸਾਡੇ ਮੂੰਹ 'ਚ ਆਏਗੀ ਅਸੀਂ ਕਰ ਲਵਾਂਗੇ। ਮੇਰੇ ਖਿਆਲ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਇਸ ਕਿਸਮ ਦੇ ਸਿਧਾਂਤ ਨਹੀਂ ਸਨ। ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਦੇ ਅੰਦਰ ਥਾਂ ਤੇ ਗਏ ਨੇ, ਵੱਡੇ ਵੱਡੇ ਸਕਾਲਰ ਜਿਹੜੇ ਸਨ ਨਾ ਉਸ ਟਾਈਮ ਦੇ, ਉਹਨੂੰ ਜਿਹੜੇ ਅਸੀਂ ਕਹਿੰਦੇ ਹਾਂ ਕਿ ਭਾਈ ਯੋਗੀਆਂ ਦੇ ਨਾਲ ਜਾਂ ਸਿੱਧਾਂ ਦੇ ਨਾਲ, ਫਲਾਣਿਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ, ਵਾਰਤਾਲਾਪ ਹੋਈ। ਹੁਣ ਦੇਖੋ ਕਿ ਉਹ ਬੜੇ ਵੱਡੇ ਲੋਕ ਸਨ ਉਸ ਸਮੇਂ ਦੇ, ਪਰ ਉਹਨਾਂ ਦੇ ਨਾਲ ਕੋਈ ਝਗੜਾ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਕੀਤਾ। ਬੈਠ ਕੇ ਆਰਗੂਮੈਂਟ ਆਪਣੇ ਦੇ ਕੇ ਆਪਣੀ ਆਈਡੀਓਲੋਜੀ ਉਹਨਾਂ ਦੇ ਸਾਹਮਣੇ ਰੱਖੀ, ਔਰ ਉਹ ਕਨਵਿੰਸ ਹੋਏ, ਪ੍ਰਭਾਵਿਤ ਹੋਏ, ਉੱਥੋਂ ਉੱਠ ਕੇ ਚਲੇ। ਸਾਡੀ ਘਾੜਤ ਜਿਹੜੀ ਹੈ ਨਾ, ਮੈਂ ਕਹਿ ਸਕਦਾ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂਆਂ ਦੀ ਕੰਟਰੀਬਿਊਸ਼ਨ ਤੋਂ ਬਾਅਦ ਇਹ ਖਾਲਸਾ ਪੰਥ ਦੀ ਸਿਰਜਣਾ ਹੋ ਰਹੀ ਹੈ। ਇਹਦੇ ਅੰਦਰ ਵਿਦਵਤਾ ਜਿਹੜੀ ਹੈ ਉਹ ਗੁਰੂ ਸਾਹਿਬਾਨਾਂ ਵਰਗੀ ਹੋਣੀ ਚਾਹੀਦੀ ਹੈ। ਇਹਦੇ ਅੰਦਰ ਜੋ ਸਹਿਨ ਸ਼ਕਤੀ ਹੈ, ਸਹਿਜ ਅਵਸਥਾ ਹੈ, ਉਹ ਗੁਰੂ ਅਰਜਨ ਦੇਵ ਜੀ ਵਰਗੀ ਹੋਣੀ ਚਾਹੀਦੀ ਹੈ ਕਿ ਤਤੀ ਤਵੀ ਭਾਵੇਂ ਥੱਲੇ ਹੋਵੇ, ਅੱਗ ਦੇ ਭਾਂਬੜ ਹੋਣ, ਪਰ ਅਵਸਥਾ ਜਿਹੜੀ ਹੈ ਉਹ ਸਹਿਜ ਦੀ ਅਵਸਥਾ ਹੋਵੇ। ਇਸ ਕਿਸਮ ਦੀ ਘਾੜਤ ਇਸ ਕੌਮ ਦੀ ਘੜੀ ਗਈ। ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਆਈਡੀਓਲੋਜੀ ਦੇਖੀ ਜਾਵੇ ਕਿ ਇੱਕ ਪਾਸੇ ਮੀਰੀ ਤੇ ਇੱਕ ਪਾਸੇ ਬੀਰੀ, ਇਕੱਠਿਆਂ ਲੈ ਕੇ ਚੱਲ ਰਹੇ ਨੇ। ਇਹ ਕੋਈ ਇਹ ਫੇਜ਼ ਨਹੀਂ ਸੀ ਕੋਈ ਕਿ ਇੱਕ ਪਰਟੀਕੂਲਰ ਫੇਜ਼ ਆਈ ਔਰ ਉਸ ਤੋਂ ਬਾਅਦ ਸਮਾਪਤ ਹੋਈ ਨਹੀਂ। ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੱਲ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਤਾ ਸਾਡੇ ਗੁਰੂ ਅਰਜਨ ਸਾਹਿਬ ਜੀ ਬਿਲਕੁਲ ਤਤੀ ਤਵੀ ਤੇ ਜਹਾਂਗੀਰ ਬਿਠਾਉਂਦਾ ਹੈ। ਬਿਲਕੁਲ ਭਾਵੇਂ ਉਹਦੇ ਕੰਨ ਭਰੇ ਜਾਂਦੇ ਨੇ, ਲੇਕਿਨ ਇੱਕ ਸਮਾਂ ਐਸਾ ਵੀ ਹੁੰਦਾ ਹੈ ਜਿੱਥੇ ਦੀਨ ਦੁਨੀਆ ਦੇ ਮਾਲਕ ਤੇ ਵਕਤੀ ਬਾਦਸ਼ਾਹ ਇੱਕ ਜਗ੍ਹਾ ਇਕੱਠੇ ਬੈਠਦੇ ਨੇ। ਉਹ ਸੰਕੇਤ ਬੜਾ ਸਾਨੂੰ ਦੱਸ ਜਾਂਦਾ ਹੈ ਨਾ। ਮੈਂ ਇਹ ਚੀਜ਼ ਤੇ ਤੁਹਾਨੂੰ ਕਹਿ ਰਿਹਾ ਨਾ ਕਿ ਸਾਨੂੰ ਗੁਰੂ ਸਾਹਿਬਾਨਾਂ ਦੀ ਜੀਵਨੀ ਤੋਂ ਆਪਣਾ ਜੀਵਨ ਜਾਚ ਜਿਹੜੀ ਹੈ ਸਿੱਖਣੀ ਚਾਹੀਦੀ ਹੈ।
ਕਿ ਸਾਡੇ ਅੰਦਰ ਸਹਿਨ ਸ਼ਕਤੀ ਕਿਸ ਹੱਦ ਤੱਕ ਹੋਣੀ ਚਾਹੀਦੀ ਹੈ, ਸਾਡੇ ਅੰਦਰ ਬੈਠ ਕੇ ਡਿਸਕਸ਼ਨ ਕਰਨ ਦੀ ਜਿਹੜੀ ਹਿੰਮਤ ਤਾਕਤ ਸ਼ਕਤੀ ਉਹ ਕਿਸ ਹੱਦ ਤੱਕ ਹੋਣੀ ਚਾਹੀਦੀ ਹੈ, ਸਾਡੇ ਅੰਦਰ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਜੋ ਆਈਡੀਓਲੋਜੀ ਹੈ, ਮੀਰੀ ਪੀਰੀ ਦਾ ਜੋ ਇਹ ਸੰਤ ਔਰ ਸਿਪਾਹੀ ਦਾ ਇੱਕ ਜੋ ਸੁਮੇਲ ਕੀਤਾ ਗਿਆ ਉਹ ਸਾਡੇ ਅੰਦਰ ਹੋਣਾ ਚਾਹੀਦਾ ਹੈ। ਫਿਰ ਸਾਡੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗੀ ਇੱਕ ਇਸ ਕਿਸਮ ਦੀ ਸੋਚ ਹੋਣੀ ਚਾਹੀਦੀ ਹੈ ਕਿ ਵੀ ਉਹਨਾਂ ਦਾ ਜੀਵਨ ਕਿਸ ਕਿਸਮ ਦਾ ਜੀਵਨ ਸੀ, ਕਿ ਸਾਰਾ ਪਰਿਵਾਰ ਸਾਰਾ ਸਰਬੰਸ ਵਾਰ ਦਿੱਤਾ ਗਿਆ, ਸਾਰਾ ਸਰਬੰਸ ਸ਼ਹੀਦ ਹੋ ਗਿਆ, ਔਰ ਔਰੰਗਜ਼ੇਬ ਨੂੰ ਲੈਟਰ ਲਿਖ ਰਹੇ ਨੇ, ਖਤ ਲਿਖ ਰਹੇ ਨੇ, ਤੇ ਵਿੱਚ ਕਈ ਤਰ੍ਹਾਂ ਦੀਆਂ ਤਾਰੀਫ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਉਹ ਪੜ੍ਹਦੇ ਹੀ ਪਹਿਲੀਆਂ ਪੰਕਤੀਆਂ ਪੜ੍ਹਦਿਆਂ ਉਹ ਪ੍ਰਭਾਵਿਤ ਹੋ ਗਿਆ, ਔਰ ਉਸਦੇ ਅੰਦਰ ਜੋ ਤਿਰਸਨਾ ਸੀ, ਉਹਦੇ ਅੰਦਰ ਜੋ ਈਰਖਾ ਸੀ, ਵੈਰ ਸੀ, ਉਹ ਖਤਮ ਹੋ ਰਿਹਾ। ਔਰ ਉਸਦੇ ਇਤਿਹਾਸ ਦੱਸਦਾ ਹੈ ਕਿ ਇਤਿਹਾਸ ਗਵਾਹੀ ਭਰਦਾ ਇਸ ਗੱਲ ਦੀ ਕਿ ਉਸਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਐਸੇ ਗੁਰੂ ਦੇ ਦਰਸ਼ਨ ਜ਼ਰੂਰ ਕਰ ਲਵਾਂ, ਮੇਰਾ ਜੀਵਨ ਸਫਲਾ ਹੋ ਜਾਵੇਗਾ, ਕਿ ਜਿਸ ਦਾ ਸਾਰਾ ਪਰਿਵਾਰ ਮੈਂ ਸ਼ਹੀਦ ਕਰ ਦਿੱਤਾ ਉਹ ਅੱਜ ਵੀ ਇਤਨੀ ਸਹਿਜ ਅਵਸਥਾ ਦੇ ਵਿੱਚ ਗੱਲ ਕਰ ਰਿਹਾ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ। ਸਾਡੇ ਸਮਾਜ ਦੇ ਅੰਦਰ ਬੜੀਆਂ ਵੱਡੀਆਂ ਬਣ ਰਹੀਆਂ ਨੇ, ਬਹੁਤ ਵੱਡੀਆਂ ਵੰਡੀਆਂ ਜਿਹੜੀਆਂ ਨਾ ਉਹ ਬਣਾਈਆਂ ਜਾ ਰਹੀਆਂ, ਬਣ ਵੀ ਗਈਆਂ ਨੇ। ਸਾਨੂੰ ਇਹ ਸੋਚ ਕੇ ਨਹੀਂ ਚੱਲਣਾ ਚਾਹੀਦਾ ਕਿ ਇਹ ਮਿਸ਼ਨਰੀ ਹੈ, ਸਾਨੂੰ ਇਹ ਸੋਚ ਕੇ ਨਹੀਂ ਚੱਲਣਾ ਚਾਹੀਦਾ ਕਿ ਇਹ ਸੰਤ ਸਮਾਜ ਦੇ ਨਾਲ ਵਾਬਸਤਾ ਹੈ, ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਸੇ ਹੋਰ ਸੰਪਰਦਾ ਦੇ ਨਾਲ ਚੱਲ ਰਿਹਾ ਹੈ। ਸਾਨੂੰ ਇੱਕੋ ਸੋਚ ਬਣਾਉਣੀ ਚਾਹੀਦੀ ਹੈ ਕਿ ਇਹ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਸੋਚ ਬਣਾ ਕੇ ਅਸੀਂ ਇਕੱਠੇ ਹੋ ਕੇ ਚੱਲ ਸਕੀਏ। ਸਾਰੇ ਮਿਲ ਕੇ ਚੱਲਾਂਗੇ ਤੇ ਇਸ ਸਾਡੇ ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਹੈ, ਸਾਡੇ ਸਮਾਜ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਮੈਂ ਤਾਂ ਸਿਰਫ ਇੰਨੀ ਗੱਲ ਸਮਝਦਾ। ਤੁਸੀਂ ਜਿਹੜਾ ਪਿੱਛੇ ਜਿਹੜੀ ਗੱਲਬਾਤ ਹੋਈ, ਤੁਸੀਂ ਬੋਲਿਆ ਸੀ ਇੱਕ ਗੱਲ, ਉਸ ਦੀ ਥੋੜੀ ਕਲੈਰਿਟੀ ਚਾਹੀਦੀ ਹੈ। ਜੀ ਬੋਲੋ। ਤੁਸੀਂ ਇਹ ਗੱਲ ਕਹੀ ਸੀ ਵੀ ਮੈਂ ਡੀਸੀ ਸਾਹਿਬ ਨੂੰ ਬਿਲਕੁਲ ਹਾਂ ਬਿਲਕੁਲ ਇਹ ਬੇਨਤੀ ਕਰਦਾ ਵੀ ਬਾਹਰੋਂ ਕੋਈ ਪ੍ਰਚਾਰਕ ਜਿਹੜਾ ਹੁੰਦਾ ਹਾਂ ਕਿ ਉਹ ਗੁਰਮਤਿ ਦੇ ਫਲਸਫੇ ਨੂੰ ਦੇਖਿਆ ਜਾਵੇ ਕਿ ਅੱਜ ਸਾਡਾ ਇੱਕ ਭਾਈਚਾਰਾ ਸਿੱਖ ਸਮਾਜ ਹੈ ਪੂਰੇ ਵਰਲਡ ਵਿੱਚ, ਕਿ ਉਸ ਬਿਆਨ ਤੋਂ ਇਹ ਨਹੀਂ ਲੱਗਦਾ ਕਿ ਜੰਮੂ ਕਸ਼ਮੀਰ ਦੇ ਸਿੱਖਾਂ, ਪੰਜਾਬ ਦੇ ਸਿੱਖਾਂ 'ਚ ਕੋਈ ਇੱਕ ਨਵਾਂ ਕੁਐਸਚਨ ਮਾਰਕ ਖੜਾ ਹੋ ਜਾਏਗਾ, ਕਿ ਇੱਦਾਂ ਦਾ ਤੁਹਾਨੂੰ ਬਿਆਨ ਦੇਣਾ ਚਾਹੀਦਾ। ਬਹੁਤ ਅੱਛਾ ਤੁਸੀਂ ਕਿਹਾ। ਯਕੀਨਨ ਇੱਕ ਬੜੀ ਸੋਚ ਤੁਸੀਂ ਮੇਰੇ ਅੰਦਰ ਵੀ ਪੈਦਾ ਕੀਤੀ ਹੈ ਕਿ ਬਈ ਇਸ ਕਿਸਮ ਦਾ ਮੈਂ ਬਿਆਨ ਜ਼ਰੂਰ ਦਿੱਤਾ। ਹੁਣ ਬਿਆਨ ਕਿਉਂ ਦੇ ਰਹੇ ਹਾਂ? ਅੱਜ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਅੰਦਰ ਬੜੀਆਂ ਐਸੀਆਂ ਘਟਨਾ ਘਟੀਆਂ ਨੇ ਜਿਨ੍ਹਾਂ ਦਾ ਸਰੂਪ ਜਿਹੜਾ ਸੀ ਉਹ ਸਿੱਖੀ ਵਾਲਾ ਸੀ। ਬਹੁਤ ਅੱਛੇ ਦੁਮਾਲੇ ਪਾਏ ਹੋਏ ਸਨ, ਬੜੇ ਅੱਛੀ ਸਜਾਵਟ ਸੀ ਉਹਨਾਂ ਦੀ, ਠੀਕ, ਔਰ ਸਤਿਕਾਰਯੋਗ ਉਹ ਵਿਅਕਤੀ ਨਜ਼ਰ ਬੈਰੂਨੀ ਤੌਰ 'ਤੇ ਸਤਿਕਾਰਯੋਗ ਵਿਅਕਤੀ ਨਜ਼ਰ ਆ ਰਹੇ ਸਨ। ਅਤੇ ਜਿਸਲੇ ਉਹਨਾਂ ਨੂੰ ਫੜਿਆ ਗਿਆ, ਉਹਨਾਂ ਦੀ ਹਕੀਕਤ ਸਾਹਮਣੇ ਆਈ, ਉਹ ਸਰਦਾਰ ਸੀ ਨਹੀਂ। ਠੀਕ ਹੈ। ਹੁਣ ਮੈਂ ਆਪ ਜੀ ਦੇ ਅੱਗੇ ਬੇਨਤੀ ਇਹ ਕਰਦਾ ਹਾਂ ਕਿ ਇਹ ਪੁੰਛ ਦਾ ਫਾਰ ਫਲੰਗ ਏਰੀਆ ਹੈ, ਬਾਹਰ ਤੋਂ ਕੋਈ ਵਿਅਕਤੀ ਆ ਰਿਹਾ ਹੈ। ਹੁਣ ਸਾਡੇ ਸਿੰਘ ਸਾਹਿਬ ਆ ਰਹੇ ਨੇ, ਸਾਨੂੰ ਕੋਈ ਲੋੜ ਨਹੀਂ ਕਿਸੇ ਕਿਸਮ ਦੀ ਪੜਚਾਲ ਕਰਨ ਦੀ, ਕਿਸੇ ਕਿਸਮ ਦੀ ਗੱਲ ਪੁੱਛਣ ਦੀ, ਕਿਉਂਕਿ ਸਾਰੇ ਜਾਣੂ ਹਾਂ, ਸਾਰੇ ਜਾਣਦੇ ਹਾਂ ਕਿ। ਲੇਕਿਨ ਕਿਆ ਇਹ ਖਦਸ਼ਾ ਤੁਸੀਂ ਨਹੀਂ ਮਹਿਸੂਸ ਕਰ ਰਹੇ ਹੋ ਕਿ ਅਗਰ ਕਿਸੇ ਰੂਪ ਦੇ ਵਿੱਚ, ਜਿਸ ਤਰ੍ਹਾਂ ਪੰਜਾਬ ਦੇ ਅੰਦਰ ਬਹੁਤ ਵੱਡੀਆਂ ਘਟਨਾਵਾਂ ਆਈਆਂ, ਗੁਰੂ ਘਰਾਂ ਦੇ ਅੰਦਰ ਬੇਅਦਬੀਆਂ ਕੀਤੀਆਂ ਗਈਆਂ, ਔਰ ਯਕੀਨਨ ਉਹ ਲੋਕੀ ਜਿਹੜੇ ਨੇ ਸਰੂਪ ਇਹਨਾਂ ਦਾ ਇਹੋ ਦੱਸਿਆ ਗਿਆ, ਠੀਕ, ਇਟ ਮੀਨਸ ਕਿ ਉਹ ਲੋਕੀ ਜਿਹੜੇ ਨੇ, ਕਿਉਂਕਿ ਗੁਰੂ ਨਾਨਕ ਨਾਮ ਲੈਵਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾਉਣ ਵਾਲਾ, ਉਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਬੇਅਦਬੀ ਨਹੀਂ ਕਰ ਸਕਦਾ ਕਿਸੇ ਵੀ ਕੀਮਤ ਉੱਪਰ। ਉਹ ਕੁਛ ਵੀ ਕਿਉਂ ਨਾ ਹੋਵੇ, ਕਿਤਨੇ ਤੋਂ ਕਿਤਨਾ ਵੀ ਘਟੀਆ ਕਿਉਂ ਨਾ ਗਿਣਿਆ ਜਾਏ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਕਰ ਸਕਦਾ, ਉਹ ਸਤਿਕਾਰ ਕਰਦਾ ਹੈ। ਇਟ ਮੀਨਸ ਕਿ ਇਹ ਜੋ ਲੋਕੀ ਹਨ ਜੋ ਬੇਅਦਬੀ ਕਰ ਰਹੇ ਨੇ ਜਾਂ ਕਰਵਾ ਰਹੇ ਨੇ, ਇਹ ਗੁਰੂ ਨਾਨਕ ਨਾਮ ਲੈਵਾ ਨਹੀਂ ਹੋ ਸਕਦੇ, ਇਹ ਗੁਰੂ ਕੇ ਸਿੱਖ ਨਹੀਂ ਹੋ ਸਕਦੇ। ਸਰੂਪ ਇਖਤਿਆਰ ਕਰ ਲੈਣਾ ਇਹ ਬੜੀ ਆਸਾਨ ਜੀ ਗੱਲ ਹੈ। ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਵਾਸਤੇ ਗੱਲ ਕਹੀ ਸੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਰਹਿਤ ਜੋ ਹੈ ਉਹ ਮਨ ਦੀ ਅਵਸਥਾ ਹੈ, ਕਿ ਮੈਨੂੰ ਉਹ ਚੀਜ਼ ਹੋਣੀ ਚਾਹੀਦੀ ਸੀ। ਇਹਨਾਂ ਲੋਕਾਂ ਦੇ ਅੰਦਰ ਇਸ ਕਿਸਮ ਦੀ ਚੀਜ਼ਾਂ ਨਹੀਂ ਹਨ। ਹੁਣ ਕੱਲ੍ਹ ਕੋਈ ਅੱਛਾ ਵੱਡਾ ਕੋਈ ਸਰੂਪ ਬਣਾ ਕੇ, ਕੋਈ ਚੋਲਾ ਪਾ ਕੇ, ਕੋਈ ਬੜਾ ਵੱਡਾ ਬਣ ਕੇ ਉਹ ਸਾਡੇ ਪੁੰਛ ਦੇ ਵਿੱਚ ਆਉਂਦਾ ਹੈ, ਔਰ ਆ ਕੇ ਇਸ ਕਿਸਮ ਦੀਆਂ ਕੋਈ ਐਸੀ ਗੱਲਾਂ ਕਰਕੇ ਚਲਾ ਜਾਂਦਾ ਹੈ, ਕਿਆ ਸਾਡੀ ਸਿੱਖੀ ਨੂੰ ਇੱਕ ਠੇਸ ਨਹੀਂ ਪਹੁੰਚੇਗੀ ਜਾਂ ਸਾਡੀ ਸਿੱਖੀ ਵਾਸਤੇ ਇੱਕ ਨੁਕਸਾਨ? ਇਹ ਵੀ ਮੈਂ ਕਹਿ ਰਿਹਾ, ਜਿੱਥੇ ਇੱਥੇ ਵੀ ਪੁੱਛਿਆ ਗਿਆ ਸੀ, ਮੈਨੂੰ ਨਹੀਂ ਪਤਾ, ਜਿਸ ਤਰ੍ਹਾਂ ਸੁਣਾਇਆ ਗਿਆ ਕਿ 2 ਜਾਂ 3 ਬੰਦੇ ਇਹਨਾਂ ਦੇ ਵਿੱਚ ਐਸੇ ਸਨ ਜਿਨ੍ਹਾਂ ਦੇ ਕੇਸ ਨਹੀਂ ਸਨ। ਉਹ ਕਹਿ ਰਹੇ ਸਨ ਵੀ ਰੀਸੈਂਟਲੀ ਆਉਂਦੇ ਨਾ। ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ, ਮੰਨਦਾ ਕਿ ਰੀਸੈਂਟਲੀ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ। ਪਹਿਲੀ ਗੱਲ ਇਸ ਦੇ ਵਿੱਚ ਇੱਕ ਚੀਜ਼ ਆਉਂਦੀ ਹੈ ਕਿ ਉਹਨਾਂ ਦੀ ਦਾੜੀ ਜਿਹੜੀ ਸੀ ਉਹ ਪੂਰੀ ਸੀ, ਕੇਸ ਨਹੀਂ ਸਨ। ਥੋੜ੍ਹੀ ਗੱਲ ਜਚੀ ਨਹੀਂ ਮੈਨੂੰ
ਇੱਕ ਚੀਜ਼, ਠੀਕ ਹੈ। ਮੇਰੀ ਇਹ ਗੱਲ ਜਚੀ ਨਹੀਂ ਮੈਨੂੰ। ਦੂਜੀ ਗੱਲ, ਜਿਸ ਬੰਦੇ ਦੇ ਅਜੇ 2 ਮਹੀਨੇ ਜਾਂ 4 ਮਹੀਨੇ 3 ਮਹੀਨੇ ਹੋਏ ਅੰਮ੍ਰਿਤ ਛਕਦੇ ਆ, ਠੀਕ ਹੈ, ਉਸ ਦੇ ਅੰਦਰ ਇੰਨੀ ਗੁਰਮਤ ਦੀ ਸੋਝੀ ਆ ਗਈ ਕਿ ਉਹ ਅੱਜ ਵੱਡੇ ਤੋਂ ਵੱਡੇ ਸਾਡੇ ਜੋ ਆਗੂ ਨੇ, ਵੱਡੇ ਨੇ, ਉਹਨਾਂ ਨੂੰ ਆ ਕੇ ਤੋਂ ਉਹ ਇਸ ਬੋਲੀ ਵੀ ਸਮਝਾਉਣਾ ਸ਼ੁਰੂ ਹੋ ਜਾਵੇ ਇੱਕ ਥ੍ਰੈਟਨਿੰਗ ਦੇ ਹਿਸਾਬ ਨਾਲ। ਇਸ ਤਰੀਕੇ ਦੀ ਗੱਲ ਮੈਨੂੰ ਕੋਈ ਖਾਸ ਗੱਲ ਜਚੀ ਨਹੀਂ ਹੈ। ਮੈਨੂੰ ਲੱਗਦਾ ਹੈ ਜਿਹੜਾ ਅੰਮ੍ਰਿਤ ਸ਼ਬਦ ਹੈ ਨਾ, ਇਹ ਬਾਣੀ ਨਾਲ ਜੁੜਿਆ ਹੋਇਆ। ਕਿਉਂਕਿ ਪ੍ਰਥਮ ਜਿਹੜੀ ਗੱਲ ਖੰਡੇ ਦੀ ਬੋਲ ਦੀ ਗੱਲ ਚੱਲਦੀ ਨਾ, ਉਹ ਖੰਡੇ ਦੀ ਬੋਲ ਹੈ। ਅਸਲ 'ਚ ਕੀ ਹੋ ਰਿਹਾ, ਮੈਨੂੰ ਲੱਗਦਾ ਤੁਸੀਂ ਇਹਨੂੰ ਕਲੀਅਰ ਕਰਿਆ ਜੀ, ਜਿਹੜਾ ਨਾਮ ਅੰਮ੍ਰਿਤ, ਜਿਹੜਾ ਬਾਣੀ ਸ਼ਬਦ ਹੈ, ਉਹ ਅੰਮ੍ਰਿਤ ਜਿਹੜਾ ਆਪਾਂ ਸਾਨੂੰ ਪਤਾ ਹੀ ਨਹੀਂ, ਉਹਦੇ ਬਾਰੇ ਸਾਨੂੰ ਨੌਲੇਜ ਹੀ ਨਹੀਂ। ਮੈਂ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹਾਂ ਕਿ ਜਿਸ ਅੰਮ੍ਰਿਤ ਦੀ ਗੱਲ ਅਸੀਂ 1699 ਦੀ ਵਿਸਾਖੀ ਵਾਲੇ ਦਿਨ ਗੱਲ ਕਰਦੇ ਹਾਂ, ਠੀਕ ਹੈ, ਅਸੀਂ ਲਫ਼ਜ਼ ਅੰਮ੍ਰਿਤ ਇਸਤੇਮਾਲ ਕਰਦੇ ਹਾਂ, ਪਰ ਖੰਡੇ ਦੀ ਪੋਲ ਮਤਲਬ ਇਸ ਨੂੰ ਕਿਹਾ ਗਿਆ ਹੈ, ਠੀਕ। ਅੰਮ੍ਰਿਤ ਸ਼ਬਦ ਪ੍ਰਚਲਿਤ ਹੋ ਗਿਆ ਵੈਸੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੋਦਰ ਦਾ ਨਾਂ ਲਿਖਿਆ ਹੈ, ਪਰ ਪ੍ਰਚਲਿਤ ਰਹਿਰਸ ਹੋ ਗਿਆ। ਨਾ 16 ਸਾਹਿਬ ਲਿਖਿਆ, ਪਰ ਕੀਰਤਨ 16 ਪ੍ਰਚਲਿਤ ਹੋ ਗਿਆ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਇਹ ਖੰਡੇ ਦੀ ਪੋਲ ਹੈ। ਇਹ ਇੱਕ ਐਸਾ ਫਲਸਫਾ ਸੀ ਜਿਸ ਦੇ ਉੱਤੇ ਵਿਗਿਆਨਿਕ ਇੱਕ ਸੋਚ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਬਹੁਤ ਵੱਡੀ, ਮੈਂ ਕਹਾਂਗਾ ਕਿ ਮਨੋਵਿਗਿਆਨਿਕ ਸੋਚ ਸੀ ਕਿ ਸਾਰਿਆਂ ਨੂੰ ਇੱਕ ਖੰਡੇ ਬਾਟੇ ਦੀ ਪੋਲ ਦੇਣ ਤੋਂ ਭਾਵ ਸੀ ਕਿ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਦੇ ਨਾਲ ਜੋੜਨਾ ਸੀ, ਔਰ ਇੱਕ ਯੂਨੀਫਾਰਮ ਦੇਣੀ ਸੀ, ਇੱਕ ਡਰੈਸ ਦੇਣਾ ਸੀ, ਇੱਕ ਕੋਡ ਆਫ ਕੰਡਕਟ ਦੇਣਾ ਸੀ। ਉਹ ਹੈ ਸਾਨੂੰ, ਠੀਕ ਹੈ, ਕਿਉਂਕਿ ਇਹ ਸਾਡਾ ਸਰੂਪ ਜੋ ਹੈ, ਸਮਾਜਿਕ ਸਰੂਪ ਸਾਡਾ ਜਿਹੜਾ ਹੈ, ਉਹ ਇਸ ਕਿਸਮ ਦਾ ਹੋਏਗਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਇੱਕ ਖਾਸ ਕਿਸਮ ਦੀ ਇੱਕ ਰਸਮ, ਮੈਂ ਕਹਿ ਸਕਦਾ ਉਸ ਨੂੰ ਕਰਕੇ ਇਹ ਸਾਨੂੰ ਦੱਸਿਆ। ਇਹ ਦਾਖਲਾ ਹੈ, ਇਹ ਸਿੱਖੀ ਦਾ ਦਾਖਲਾ ਹੈ। ਕਮਾਈ ਇਹ ਦਾਖਲਾ ਹੈ ਸਾਡਾ, ਇਹ ਦਾਖਲਾ ਹੈ, ਇਹ ਸਾਡੀ ਐਡਮਿਸ਼ਨ ਹੈ। ਇਹ ਅਸੀਂ ਕੁਆਲੀਫਾਈ ਨਹੀਂ ਕੀਤਾ ਅਸੀਂ ਅਜੇ ਸਿੱਖੀ ਨੂੰ ਕੁਆਲੀਫਾਈ ਨਹੀਂ ਕੀਤਾ, ਇਹ ਸਾਡਾ ਦਾਖਲਾ ਹੋਇਆ। ਅਸੀਂ ਜਿਉਂ ਸ਼ਬਦ ਗੁਰੂ ਦੇ ਲੜ ਲੱਗਦੇ ਜਾਵਾਂਗੇ, ਅਸੀਂ ਇਸ ਸਿਲੇਬਸ ਨੂੰ ਪੜ੍ਹਦੇ ਜਾਵਾਂਗੇ, ਸਮਝਦੇ ਜਾਵਾਂਗੇ, ਅਸੀਂ ਉਸ ਕਿਸੇ ਸਟੇਜ 'ਤੇ ਪੁੱਜ ਸਕਦੇ ਹਾਂ। ਅਸੀਂ ਜੋ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਸੀ ਨਾ, ਮੈਂ ਤਾਂ ਬਦਕਿਸਮਤੀ ਸਮਝਦਾ ਹਾਂ ਕਿ ਬਦਕਿਸਮਤੀ ਹੈ ਸਾਡੀ ਕਿ ਜੋ ਗੁਰੂ ਨਾਨਕ ਦਾ ਫਲਸਫਾ ਸੀ ਨਾ, ਉਹ ਗਿਆਨ ਦਾ ਫਲਸਫਾ ਸੀ, ਉਹ ਵਿਗਿਆਨ ਦਾ ਫਲਸਫਾ ਸੀ, ਉਹ ਸ਼ਬਦ ਗੁਰੂ ਦਾ ਫਲਸਫਾ ਸੀ, ਉਹ ਵਿਚਾਰਧਾਰਾ ਦਾ ਫਲਸਫਾ ਸੀ, ਉਹ ਨੇਚਰ ਦੀ ਖੋਜ ਦਾ ਫਲਸਫਾ ਸੀ, ਉਹ ਆਪਣੇ ਸਰੀਰ ਦੀ ਖੋਜ ਦਾ ਫਲਸਫਾ ਸੀ, ਉਹ ਆਪਣੇ ਸਰੀਰ ਦੇ ਅੰਦਰ ਅਧਿਆਤਮਿਕ ਖੋਜ ਦਾ ਫਲਸਫਾ ਸੀ। ਅਸੀਂ ਉਹ ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਦਿੱਤੀਆਂ। ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਸਾਰਾ ਜ਼ੋਰ ਜਿਹੜਾ ਸੀ ਨਾ, ਉਹ ਬੈਰੂਨੀ ਸਰੂਪ 'ਤੇ ਦਿੱਤਾ ਜਾਂਦਾ ਸੀ, ਜੋ ਪ੍ਰਚਲਿਤ ਫਲਸਫੇ ਸਨ। ਅਧਿਆਤਮਿਕਵਾਦ ਦੀ ਗੱਲ ਉੱਤੇ ਘੱਟ ਹੋ ਗਈ ਸੀ, ਔਰ ਸਿਰਫ ਬੈਰੂਨੀ ਸਰੂਪ ਨੂੰ ਦੇਖਿਆ ਜਾ ਰਿਹਾ ਸੀ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਜਨੇਊ ਇਸੇ ਵਾਸਤੇ ਪਵਾਇਆ ਜਾ ਰਿਹਾ ਸੀ ਨਾ ਕਿ ਬੈਰੂਨੀ ਜਿਹੜਾ ਸਰੂਪ ਹੈ ਸਾਡਾ, ਉਹ ਨਜ਼ਰ ਆਉਣਾ ਚਾਹੀਦਾ ਸੀ। ਪਰ ਗੁਰੂ ਨਾਨਕ ਦਾ ਫਲਸਫਾ ਸੀ ਕਿ ਅਧਿਆਤਮਿਕ ਜੋ ਸਰੂਪ ਹੈ ਸਾਡਾ, ਉਸ ਨੂੰ ਅਸੀਂ ਬਲਵਾਨ ਕਰ ਸਕੀਏ, ਉਸ ਨੂੰ ਵਧਾ ਸਕੀਏ, ਉਸ ਨੂੰ ਕਿਸੇ ਸਟੇਜ 'ਤੇ ਲਿਆ ਸਕੀਏ। ਸਾਡਾ ਫਲਸਫਾ ਤਾਂ ਇਹ ਸੀ। ਬਦਕਿਸਮਤੀ ਹੈ ਸਾਡੀ ਕਿ ਅਸੀਂ ਉਸ ਹਕੀਕਤ ਨੂੰ ਛੱਡ ਕੇ ਅਸੀਂ ਰਸਮੋ ਰਿਵਾਜ਼ਾਂ ਤੱਕ ਜਿਹੜੇ ਹੈ ਉਲਝਦੇ ਜਾ ਰਹੇ ਹਾਂ। ਅਸੀਂ ਰਸਮੋ ਰਿਵਾਜ਼ਾਂ ਵਿੱਚ ਉਲਝਦੇ ਜਾ ਰਹੇ ਹਾਂ, ਅਸੀਂ ਪਰੰਪਰਾਵਾਂ ਵਿੱਚ ਉਲਝਦੇ ਜਾ ਰਹੇ ਹਾਂ। ਪਰ ਜੋ ਗਿਆਨ ਦਾ ਫਲਸਫਾ ਸੀ, ਜੋ ਨਾਮ ਦਾ ਫਲਸਫਾ ਸੀ, ਜੋ ਅਧਿਆਤਮਿਕਵਾਦ ਦਾ ਫਲਸਫਾ ਸੀ, ਉਹ ਅਸੀਂ ਭੁੱਲਦੇ। ਜੋ ਸ਼ਬਦ ਗੁਰੂ ਦਾ ਫਲਸਫਾ ਸੀ, ਉਹ ਅਸੀਂ ਭੁੱਲਦੇ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਬਾਹਰੋਂ ਸਕੂਲ ਦੀ ਵਰਦੀ ਪਾਈ ਹੋਵੇ, ਪਰ ਅੰਦਰ ਬੱਚਾ ਸਟੱਡੀ ਨਾ ਹੋਵੇ, ਪੜ੍ਹਾਈ ਨਹੀਂ ਕੀਤੀ। ਅਸੀਂ ਯੂਨੀਫਾਰਮ ਬਹੁਤ ਵਧੀਆ ਪਾਈ। ਮੇਰਾ ਅਗਲਾ ਸਵਾਲ ਹੈ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਉਸੇ ਗੱਲ ਨੂੰ ਹੋਰ ਖੋਲ੍ਹੀਏ ਜੀ, ਕਿਉਂਕਿ ਇਸ ਨੂੰ ਦੁਨੀਆ ਭਰ ਦੇ ਲੋਕ ਸੁਣਨਗੇ। ਜਿਹੜੇ ਵੀਰ ਇੱਥੇ ਆਏ ਸਨ, ਉਹ ਵੀ ਸੁਣਨਗੇ। ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਵੀ ਦਾੜੀ ਉਹਨਾਂ ਦੀ ਲੰਬੀ ਸੀ, ਸਿਰ ਦੇ ਵਾਲ ਕੱਟੇ ਸਨ। ਕਈ ਵਾਰੀ ਐਸਾ ਵੀ ਹੁੰਦਾ, ਪੰਜਾਬ 'ਚ ਦਾੜੀ ਰੱਖੀ ਹੁੰਦੀ ਹੈ, ਅੱਧੀ ਕੁ ਹੁੰਦੀ ਹੈ, ਉਹ ਕੁਦਰਤੀ ਦਾੜੀ ਲੰਬੀ, ਇਹ ਵੀ ਹੋ ਸਕਦਾ। ਹਾਂ, ਇਹ ਕੋਈ ਆਪਾਂ ਜਿਹੜਾ ਦੇਖੋ, ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਨਹੀਂ ਕਹਿ ਰਿਹਾ, ਮੈਂ ਸਿਰਫ ਇਤਨੀ ਗੱਲ ਜ਼ਰੂਰ ਕਹਿ ਰਿਹਾ ਹਾਂ ਕਿ ਸਾਨੂੰ ਸੁਚੇਤ ਹੋਣਾ ਪਵੇਗਾ, ਕਿਉਂਕਿ ਇਸ ਸਰੂਪ ਦੇ ਵਿੱਚ ਕਈ ਤਰ੍ਹਾਂ ਦੇ ਲੋਕੀ ਜਿਹੜੇ ਨੂੰ ਐਂਟਰ ਕਰ ਚੁੱਕੇ ਨੇ। ਬਿਲਕੁਲ। ਔਰ ਉਹ ਇਸ ਸਰੂਪ ਦੀ ਆੜ ਵਿੱਚ ਕਈ ਤਰ੍ਹਾਂ ਦਾ ਨੁਕਸਾਨ ਸਾਡਾ ਕਰ ਚੁੱਕੇ ਨੇ ਔਰ ਕਰ ਰਹੇ। ਦੇਖੋ ਨਾ, ਸੌਦਾ ਸਾਲ ਸਰਸੇ ਵਾਲਾ, ਉਹਦੇ 'ਚ ਵੀ ਸਿੱਖ ਦਾੜੀ ਸਿੱਖ ਲੱਗਦੇ, ਪੱਗ ਬੰਨੀ ਹੈ, ਬਾਕੀ ਜਿਵੇਂ ਕਿ ਮੈਂ ਬੇਨਤੀ ਕਰਾਂ ਕਿ ਮੈਂ ਕਿਸੇ ਦਾ ਜ਼ਿਕਰ ਨਹੀਂ ਕੀਤਾ, ਲੇਕਿਨ ਮੈਂ ਇਹ ਜਨਰਲ ਤੁਹਾਨੂੰ ਇੱਕ ਗੱਲ ਕਰ ਰਿਹਾ। ਮੈਂ ਇੱਕ ਸਾਇੰਸ ਦਾ ਵਿਦਿਆਰਥੀ ਹਾਂ। ਮੈਂ ਇਹ ਗੱਲ ਕਹਿ ਰਿਹਾ ਕਿ ਬਈ ਸਾਡਾ ਸਰੂਪ ਜਿਹੜਾ ਹੈ ਨਾ ਬਾਹਰ ਦਾ,
ਅਸੀਂ ਇੱਥੇ ਤੱਕ ਹੀ ਸੀਮਤ ਨਾ ਹੋਈਏ। ਬਿਲਕੁਲ ਸਹੀ ਗੱਲ। ਇਸ ਚੀਜ਼ ਨੂੰ ਕੋਈ ਵੀ ਵਿਅਕਤੀ ਅਡਾਪਟ ਕਰ ਸਕਦਾ ਹੈ, ਪਰ ਜੋ ਸਿੱਖੀ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ, ਜੋ ਸਿੱਖੀ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੀ, ਜੋ ਸਿੱਖੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼, ਜੋ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿੱਖੀ ਬਖਸ਼ਿਸ਼ ਕੀਤੀ ਨਾ, ਉਹ ਬਾਹਰੋਂ ਅਖਤਿਆਰ ਨਹੀਂ ਕੀਤੀ ਜਾ ਸਕਦੀ। ਉਹ ਵਿਰਲਾ ਕੋਈ ਹੋਵੇਗਾ। ਉਹਦੀ ਪਰਖ ਉਸ ਵੇਲੇ ਹੋਵੇਗੀ ਜਿਸਲੇ ਚਰਖੜੀ ਸਾਹਮਣੇ ਹੋਵੇਗੀ, ਉਸ ਦੀ ਪਰਖ ਉਸ ਵੇਲੇ ਹੋਵੇਗੀ ਜਿਸਲੇ ਫਾਂਸੀ ਦਾ ਰੱਸਾ ਸਾਹਮਣੇ ਹੋਵੇਗਾ, ਉਸ ਦੀ ਪਰਖ ਉਸ ਵੇਲੇ ਹੋਵੇਗੀ ਕਿ ਜਿਸਲੇ ਆਰੇ ਚੱਲਦੇ ਹੋਣਗੇ, ਜਿਸਲੇ ਜਾਂ ਉਹਦੀ ਜ਼ਿੰਦਗੀ ਨੂੰ ਦੇਖਿਆ ਜਾ ਸਕਦਾ ਵੀ ਇਹ ਜੇ ਉਹ ਸਰਕਾਰੀ ਦਫ਼ਤਰ 'ਚ ਬੈਠਾ ਹੈ ਉਹ ਰਿਸ਼ਵਤ ਲੈਂਦਾ ਕਿ ਨਹੀਂ ਲੈਂਦਾ, ਕੀ ਉਹਦਾ ਕਰੈਕਟਰ ਕਿੱਦਾਂ ਦਾ ਹੈ, ਉਹਦਾ ਉੱਚਾ ਸੁੱਚਾ ਕਰੈਕਟਰ, ਆਚਰਨ ਉੱਚਾ, ਉੱਥੋਂ ਪਤਾ ਲੱਗੇ ਸਿੱਖੀ। ਬਾਹਰੋਂ ਸਿੱਖ ਲੈਂਦਾ, ਉਹਦੀ ਪਛਾਣ ਅੰਦਰੋਂ ਲੱਗੇਗੀ ਜਦੋਂ ਗੱਲਬਾਤ ਕਰਾਂਗੇ। ਮੈਂ ਇਸੇ ਵਾਸਤੇ ਬੇਨਤੀ ਕੀਤੀ ਸੀ ਕਿ ਮੈਂ ਜਿਹੜੀ ਇਹ ਗੱਲ ਉਸ ਪ੍ਰੈਸ ਕਾਨਫਰੰਸ 'ਚ ਕਹੀ ਸੀ ਕਿ ਬਾਹਰੋਂ ਜੋ ਕੋਈ ਆਉਂਦਾ ਹੈ ਉਹ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਕਿ ਇੱਕ ਵਾਰ ਬਾਹਰ ਤੋਂ ਬੜੇ ਅੱਛੇ ਬਾਹਰੋਂ ਪ੍ਰਚਾਰਕ ਆਉਣੇ ਚਾਹੀਦੇ ਕਿ ਨਹੀਂ ਆਉਣੇ ਚਾਹੀਦੇ? ਕਿਉਂ ਨਹੀਂ ਆਉਣੇ ਚਾਹੀਦੇ ਨੇ, ਲੇਕਿਨ ਮੇਰੀ ਇੱਕ ਬੇਨਤੀ ਜ਼ਰੂਰ ਹੈ ਕਿ ਮੈਂ ਕਹਿੰਦਾ ਕਿ ਸਾਰੇ ਪ੍ਰਚਾਰਕ ਮੇਰੇ ਵਾਸਤੇ ਸਤਿਕਾਰਯੋਗ ਨੇ, ਸਾਰੇ ਪ੍ਰਚਾਰਕ। ਪਰ ਮੈਂ ਕਹਿੰਦਾ ਕਿ ਉਹ ਪ੍ਰਚਾਰ ਪੰਜਾਬ ਦੀ ਜੋ ਹਾਲਤ ਅਸੀਂ ਦੇਖ ਰਹੇ ਹਾਂ, ਚਾਹੇ ਉਹ ਬੈਰੂਨੀ ਸਰੂਪ ਦੇਖੀਏ, ਚਾਹੇ ਅਧਿਆਤਮਿਕਵਾਦ ਦੇਖੀਏ, ਕਿ ਪੰਜਾਬ ਦੀ ਜੋ ਹਾਲਤ ਹੈ ਉਹ ਤਰਸਯੋਗ ਹੈ। ਮੈਂ ਕਹਿੰਦਾ ਕਿ ਕਿਆ ਸਾਰਾ ਜ਼ੋਰ ਪੰਜਾਬ ਦੇ ਵਿੱਚ ਨਹੀਂ ਲਗਾਉਣਾ ਚਾਹੀਦਾ ਪ੍ਰਚਾਰਕਾਂ ਨੂੰ? ਕਿ ਪ੍ਰਚਾਰਕ ਉੱਥੇ ਦੇ ਜੋ ਨੌਜਵਾਨ ਨੇ, ਦੋ ਚੀਜ਼ਾਂ ਹੋ ਰਹੀਆਂ ਨੇ ਪੰਜਾਬ ਦੇ ਅੰਦਰ। ਇੱਕ ਤੇ ਜੋ ਅੱਛੇ ਪੜ੍ਹੇ ਲਿਖੇ ਇੰਟੈਲੀਜੈਂਟ ਲੋਕ ਸਨ ਉਹ ਸਾਰੇ ਇੱਥੋਂ ਬਾਹਰ ਜਾ ਰਹੇ ਨੇ, ਉਹ ਤਾਂ ਸਾਡੇ ਜੰਮੂ ਕਸ਼ਮੀਰ 'ਚ ਵੀ ਜਾ ਰਹੇ, ਇੱਕੋ ਬਾਹਰ ਜਾ ਰਹੇ ਨੇ। ਜਿਹੜੇ ਬਾਕੀ ਬਚ ਗਏ ਉਹ ਜਿਹੜੇ ਨੇ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਜਿਹੜਾ ਫਸਾ ਦਿੱਤਾ ਗਿਆ। ਬੜੀ ਛੋਟੀ ਜਿਹੀ ਗਿਣਤੀ ਹੈ ਜਿਹੜੀ ਕਿ ਸਿੱਖੀ ਵਾਲੇ ਪਾਸੇ ਜੁੜੀ ਹੋਈ ਹੈ। ਉਹਨਾਂ ਨੂੰ ਵੀ ਕੋਈ ਨਾ ਕੋਈ ਲਾਂਛਨ, ਕੋਈ ਨਾ ਕੋਈ ਉਹਨਾਂ ਦੇ ਉੱਤੇ ਸਟਿਗਮਾ ਲਗਾ ਕੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਡਰਾਇਆ ਧਮਕਾਇਆ ਜਾ ਰਿਹਾ ਜਾਂ ਕੁਝ ਕੀਤਾ ਜਾ ਰਿਹਾ। ਮੇਰਾ ਕਹਿਣ ਤੋਂ ਭਾਵ ਹੈ ਕਿ ਸਾਡੇ ਪ੍ਰਚਾਰਕ ਜਿੰਨੇ ਵੀ ਹਨ ਉਹਨਾਂ ਦਾ ਜ਼ਿਆਦਾ ਜ਼ੋਰ ਜਿਹੜਾ ਹੈ ਨਾ ਉਹ ਪੰਜਾਬ ਦੀ ਧਰਤੀ 'ਤੇ ਹੋਣਾ ਚਾਹੀਦਾ ਹੈ। ਪੰਜਾਬ ਇੱਕ ਮਾਡਲ ਹੈ ਸਾਡੇ ਵਾਸਤੇ, ਮੰਨ ਲਓ ਸਾਡੀ ਸਾਰਿਆਂ ਦੀ ਨਜ਼ਰ ਪੰਜਾਬ ਉੱਪਰ ਹੈ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਕੱਲ੍ਹ ਨੂੰ ਤੁਸੀਂ ਪ੍ਰੋਗਰਾਮ ਕਰਾਉਂਦੇ ਹੋ, ਤੁਸੀਂ ਦਰਬਾਰ ਸਾਹਿਬ ਜੱਥਾ ਬੁਲਾਉਂਦੇ ਹੋ, ਉਹ ਵੀ ਪ੍ਰਚਾਰ ਦਾ ਹਿੱਸਾ ਹੈ। ਜੇ ਕਿਸੇ ਪ੍ਰਚਾਰਕ ਨੂੰ ਤੁਸੀਂ ਚਲਾਉਂਦੇ ਹੋ, ਮੰਨ ਲਓ ਤੁਸੀਂ ਸਰਬਜੀਤ ਧੁੰਦਾ ਜੀ ਨੂੰ ਬੁਲਾਉਂਦੇ ਹੋ, ਗਿਆਨੀ ਅਮਰੀਸ਼ ਚੰਡੀਗੜ੍ਹ ਨੂੰ ਬੁਲਾਉਂਦੇ ਹੋ, ਹੋਰਾਂ ਨੂੰ ਬੁਲਾਉਂਦੇ ਹੋ, ਕੀ ਤੁਸੀਂ ਨਹੀਂ ਬੁਲਾਓਗੇ? ਮੈਂ ਕਹਿ ਰਿਹਾ ਕਿ ਮੈਂ ਪੰਜਾਬ ਦੇ ਸਾਰੇ ਪ੍ਰਚਾਰਕ ਹਮੇਸ਼ਾ ਬੁਲਾਉਂਦੇ ਆਏ ਹਾਂ, ਬੁਲਾ ਰਹੇ ਹਾਂ, ਸਾਨੂੰ ਕਦੇ ਪਰੇਸ਼ਾਨੀ ਨਹੀਂ ਆਈ। ਕੋਈ ਪ੍ਰਚਾਰਕ, ਮੈਂ ਇਹ ਕਹਿ ਸਕਦਾ ਪੁੰਛ ਦੇ ਅੰਦਰ ਧੁੰਦਾ ਸਾਹਿਬ ਦਾ ਵੀ ਪ੍ਰੋਗਰਾਮ ਜਿਹੜਾ ਇੱਥੇ ਕੀਤਾ ਗਿਆ, ਇੱਥੇ ਕੱਗਾ ਜੀ ਦਾ ਵੀ ਪ੍ਰੋਗਰਾਮ ਹੋਇਆ। ਲੇਕਿਨ ਮੇਰਾ ਜਿਹੜਾ ਆਪਣਾ ਸੁਭਾਅ ਸੀ ਜਾਂ ਮੇਰੀ ਸੋਚ ਸੀ ਕਿ ਇਹਨਾਂ ਲੋਕਾਂ ਨੂੰ ਸੁਣਿਆ ਤੇ ਜਾਏ ਨਾ, ਇਹਨਾਂ ਨੂੰ ਸੁਣੀਏ। ਦੇਖੋ ਬਾਹਰ ਦੀਆਂ ਗੱਲਾਂ, ਬਾਹਰ ਦੀਆਂ ਕਹਾਣੀਆਂ ਕੁਝ ਹੋਰ ਨੇ, ਇਹਨਾਂ ਨੂੰ ਇੱਕ ਫਿਜ਼ੀਕਲੀ ਅਸੀਂ ਦੇਖੀਏ ਵੀ, ਸੁਣੀਏ ਵੀ ਕਿ ਇਹਨਾਂ ਦੀ ਵਿਚਾਰਧਾਰਾ ਕੀ ਹੈ, ਇਹ ਕਿਸ ਕਿਸਮ ਦੀ ਸੋਚ ਰੱਖਦੇ ਨੇ, ਕੀ ਕਰ ਰਹੇ ਨੇ। ਤੇ ਅਸੀਂ ਉਹਨਾਂ ਨਾਲ ਪ੍ਰੋਗਰਾਮ ਕੀਤੇ ਪੁੰਛ ਦੇ ਅੰਦਰ, ਕਿਸੇ ਕਿਸਮ ਦੀ ਕੋਈ ਗੜਬੜ, ਕੋਈ ਕਿਸੇ ਕਿਸਮ ਦੀ ਸ਼ਾਂਤੀ ਨਹੀਂ ਫੈਲੀ। ਬੜਾ ਅੱਛਾ ਪ੍ਰਚਾਰ, ਸਾਰਿਆਂ ਨੇ ਐਪਰੀਸ਼ੀਏਟ ਕੀਤਾ। ਮੈਂ ਕਹਿ ਰਿਹਾ ਕਿ ਸਾਨੂੰ ਕੁਝ ਦੇਖੋ, ਸਾਨੂੰ ਕੁਝ ਚੀਜ਼ਾਂ ਦੇ ਉੱਤੇ ਇਕੱਠਿਆਂ ਹੋਣਾ ਪਵੇਗਾ। ਹੁਣ ਅਸੀਂ ਇੱਕ ਬੰਦੇ ਨੂੰ, ਜਿਤਨੇ ਸਾਡੇ ਵਿਦਵਾਨ ਲੋਕੀ ਹੋਣਗੇ ਉਹਨਾਂ ਨੂੰ ਅਸੀਂ ਅਗਰ ਸਾਰਿਆਂ ਨੂੰ ਪੰਥ 'ਚੋਂ ਬਾਹਰ ਕੱਢਦੇ ਜਾਵਾਂਗੇ, ਸਾਡਾ ਮਤਲਬ ਪੰਥ ਜਿਹੜਾ ਹੈ ਕਿ ਕਿਸ ਦਿਸ਼ਾ ਵਿੱਚ ਜਾ ਰਹੇ ਹਾਂ ਅਸੀਂ ਲੋਕੀ। ਮੈਂ ਕਹਿੰਦਾ ਬਾਹਰ ਕੱਢਣ ਦੀ ਲੋੜ ਨਹੀਂ ਕਿਸੇ ਨੂੰ, ਇਹਨਾਂ ਨੂੰ ਇਕੱਠਿਆਂ ਕਰਨ ਦੀ ਲੋੜ ਹੈ। ਇਹਨਾਂ ਦੀ ਵਿਚਾਰਧਾਰਾ ਨੂੰ ਸੁਣਿਆ ਜਾਵੇ, ਇਹਨਾਂ ਦਾ ਬੈਠਿਆ ਜਾਵੇ, ਇਹਨਾਂ ਨਾਲ ਡਿਸਕਸ਼ਨ ਕੀਤੀ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਟੀਚਿੰਗ ਕੀ ਹੈ, ਗੁਰੂ ਨਾਨਕ ਪਾਤਸ਼ਾਹ ਦੀ ਟੀਚਿੰਗ ਕੀ ਹੈ, ਔਰ ਤੁਸੀਂ ਕੀ ਕਰ ਰਹੇ ਹੋ ਪ੍ਰਚਾਰ। ਮੈਂ ਸਮਝਦਾ ਹਾਂ, ਦੇਖੋ ਇਹ ਸਿੱਖ ਜਿਹੜਾ ਪੂਰਾ ਤਾਂ ਨਹੀਂ ਹੋ ਸਕਦਾ, ਠੀਕ ਹੈ ਜੀ। ਕੀ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਸਿੱਖ ਜਿਹੜਾ, ਇਹ ਕਿਸੇ ਨੂੰ ਪੁੱਛੋ ਵੀ ਤੂੰ ਮੰਨਦਾ ਕਿਹਨੂੰ ਹੈ, ਜਿਹੜਾ ਕਿਸਮਧਾਰੀ ਹੈ, ਉਹ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਗੁਰੂ ਗ੍ਰੰਥ ਸਾਹਿਬ ਦੀ ਹਰ ਗੱਲ ਮੰਨਦਾ। ਦੂਜੀ ਗੱਲ, ਮੈਂ ਮੂਲ ਨਾਨਕ ਕੈਲੰਡਰ ਨੂੰ ਮੰਨਦਾ, ਮੰਨ ਲਓ ਮੈਂ ਗੁਰੂ ਸਾਹਿਬ ਦਾ ਜਿਹੜਾ ਅਥੈਂਟਿਕ ਇਤਿਹਾਸ ਉਹਨੂੰ ਮੰਨਦਾ ਹਾਂ, ਮੈਂ ਅਕਾਲ ਪੁਰਖ ਨੂੰ ਮੰਨਦਾ। ਇਸ ਤੋਂ ਅਕਾਲ ਪੁਰਖ ਤੋਂ ਬਾਅਦ ਬਗੈਰ ਮੈਂ ਕਿਸੇ ਅੱਗੇ ਮੱਥਾ ਨਹੀਂ ਟੇਕਦਾ, ਕਿਸੇ ਨੂੰ ਮੰਨਦਾ ਹੀ ਨਹੀਂ ਹਾਂ, ਠੀਕ ਹੈ। ਕਿ ਜੇ ਇਹ ਜਿਹੇ ਬੰਦੇ ਨੇ ਉਹ ਤੁਹਾਨੂੰ ਕਹਿੰਦੇ, ਜਿਵੇਂ ਤੁਸੀਂ ਸ਼ੁਰੂ ਗੱਲ ਕਹੀ ਹੈ, ਕਸਵੱਟੀ ਸ਼ਬਦ ਹੈ, ਕਸਵੱਟੀ ਗੁਰੂ ਹੈ, ਅਤੇ ਕੀ ਉਹ ਬੰਦਾ ਜੇ ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦੇ ਕੇ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਮੈਨੂੰ ਦੱਸ ਦਿਓ, ਆਹ ਗੱਲ ਜਿਹੜੀ ਹੈ, ਜਿਹੜੀ ਤੁਸੀਂ ਕਿਤਾਬ ਦਾ ਹਵਾਲਾ ਦੇ ਰਹੇ ਹੋ ਉਹਦੇ 'ਚ ਗੁਰਮਤ ਅਨੁਸਾਰ ਗਲਤ ਹੈ, ਉਹ ਬੰਦਾ ਜਿਹੜਾ ਤੁਸੀਂ ਉਹਨੂੰ ਪ੍ਰਵਾਨ ਕਰੋਗੇ ਨਹੀਂ ਕਰੋਗੇ? ਦੇਖੋ ਮੈਂ
ਪਹਿਲੇ ਵੀ ਤੁਹਾਡੇ ਨਾਲ ਬੇਨਤੀ ਕੀਤੀ, ਮੈਂ ਹੁਣ ਵੀ ਬੇਨਤੀ ਕਰਾਂ ਕਿ ਸਾਡਾ ਇੱਕ ਕਲਚਰਲ ਐਸਪੈਕਟ ਹੈ, ਬਿਲਕੁਲ ਇੱਕ ਸਾਡਾ ਕਲਚਰਲ ਐਸਪੈਕਟ, ਇੱਕ ਸਾਡਾ ਸਮਾਜਿਕ ਐਸਪੈਕਟ ਹੈ। ਠੀਕ ਹੈ, ਹੁਣ ਮੈਂ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਅਧਿਆਤਮਿਕ ਜੋ ਖੁਰਾਕ ਨੇ, ਗਿਆਨ ਨੇ, ਠੀਕ ਹੈ, ਵਿਗਿਆਨ ਹੈ। ਗੁਰੂ ਗ੍ਰੰਥ ਸਾਹਿਬ ਸਾਰੀ ਕਾਇਨਾਤ ਦਾ ਗਿਆਨ ਸਾਨੂੰ ਬਖਸ਼ਿਸ਼ ਕਰ ਰਿਹਾ ਹੈ, ਚਾਹੇ ਉਹ ਜੀਵ ਨੇ, ਚਾਹੇ ਨਿਰਜੀਵ ਨੇ, ਚਾਹੇ ਇਸ ਧਰਤੀ ਦੇ ਨੇ, ਚਾਹੇ ਬਾਹਰ ਦੀ ਗੱਲ ਹੈ, ਆਕਾਸ਼ ਦੀ ਗੱਲ ਹੈ, ਪਾਤਾਲ ਦੀ ਗੱਲ ਹੈ, ਇਹ ਸਾਰੀਆਂ ਗੱਲਾਂ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੱਸ ਰਹੇ ਨੇ। ਠੀਕ ਹੈ, ਇਹ ਸਾਡਾ ਗਿਆਨ ਗੁਰੂ ਹੈ, ਇਹ ਸਾਡਾ ਸ਼ਬਦ ਗੁਰੂ ਹੈ ਇੱਕ ਪਾਸੇ। ਦੂਜੇ ਪਾਸੇ ਸਾਡਾ ਜੋ ਸਮਾਜਿਕ ਪੱਖ ਹੈ ਕਿ ਸਾਡਾ ਸਰੂਪ ਕਿਹੋ ਜਿਹਾ ਹੋਣਾ ਚਾਹੀਦਾ, ਸਾਡਾ ਡਰੈਸ ਕਿਹੋ ਜਿਹਾ ਹੋਣਾ ਚਾਹੀਦਾ, ਇਹ ਸਾਰੀਆਂ ਚੀਜ਼ਾਂ, ਸਾਡੀ ਮਰਿਆਦਾ ਕੀ ਹੋਣੀ ਚਾਹੀਦੀ। ਦੇਖੋ, ਮਰਿਆਦਾ ਵੀ ਜਿਹੜੀ ਹੈ ਨਾ, ਇੱਕ ਸਮਾਜਿਕ ਪੱਖ ਹੈ। ਜੀ ਹਾਂ, ਮੰਨਦੇ ਹੋ ਇਸ ਗੱਲ ਨੂੰ ਕਿ ਨਹੀਂ? ਸਮਾਜਿਕ ਪੱਖ ਹੈ ਸਾਡਾ, ਇੱਕ ਕੋਡ ਆਫ ਕੰਡਕਟ ਹੈ, ਰੂਲ ਹੁੰਦੇ ਨੇ, ਰੂਲ ਰੈਗੂਲਰ। ਸੱਜੇ ਖੱਬੇ ਸੱਜੇ ਖੱਬੇ ਦੇਖੋ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਨਾ ਕਿ ਬਈ ਅਸੀਂ ਕਿਸੇ ਇੰਸਟੀਟਿਊਸ਼ਨ ਨੂੰ ਚਲਾਉਣਾ ਹੈ, ਉਸ ਦੇ ਵਾਸਤੇ ਅਸੀਂ ਕੁਝ ਬਾਈਲਾਜ਼ ਬਣਾਉਂਦੇ ਹਾਂ। ਠੀਕ ਹੈ, ਕਿ ਇਸ ਇੰਸਟੀਟਿਊਸ਼ਨ ਨੂੰ ਅਸੀਂ ਇਸ ਤਰ੍ਹਾਂ ਚਲਾਵਾਂਗੇ। ਠੀਕ ਹੈ, ਬਾਈਲਾਜ਼, ਉਹ ਬਾਈਲਾਜ਼ ਦੇ ਵਿੱਚ ਤਬਦੀਲੀ ਆ ਸਕਦੀ ਹੈ, ਚੇਂਜ ਆ ਸਕਦੀ ਹੈ, ਸਮੇਂ ਦੇ ਮੁਤਾਬਕ ਉਸ ਦੇ ਵਿੱਚ ਅੱਗੇ ਪਿੱਛੇ ਗੱਲਾਂ ਹੋ ਸਕਦੀਆਂ ਨੇ। ਠੀਕ ਹੈ, ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਬੰਧ ਹੈ, ਇਹ ਸਮੇਂ ਦੇ, ਇਹ ਜੁਗੋ ਜੁਗ ਅਟਲ ਹੈ, ਇਹਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਹੋਵੇਗਾ। ਹਾਂ, ਸਮੇਂ ਦੇ ਮੁਤਾਬਕ ਇਸ ਸ਼ਬਦ ਦੀ ਕਥਾ ਜ਼ਰੂਰ ਬਦਲੇਗੀ। ਸੈਂਸ ਬਦਲੇਗੀ, ਭਾਵ ਬਦਲਣਗੇ। ਠੀਕ ਹੈ, ਅੱਜ ਤੱਕ ਮੌਤ ਤੇ ਜ਼ਿੰਦਗੀ ਨੂੰ ਕਿਸੇ ਹੋਰ ਪੱਖ ਨਾਲ ਬਿਆਨ ਕੀਤਾ ਜਾਂਦਾ ਸੀ, ਅੱਜ ਦੇ ਸਮੇਂ ਵਿੱਚ ਮੌਤ ਅਤੇ ਜ਼ਿੰਦਗੀ ਨੂੰ ਕਿਸੇ ਹੋਰ ਪੱਖ ਨਾਲ ਬਿਆਨ ਕੀਤਾ ਜਾ ਰਿਹਾ ਹੈ। ਆਵਾਗਨ ਨੂੰ ਵਿਸ਼ੇ ਨੂੰ ਲੈ ਕੇ ਕੋਈ ਪਹਿਲਾਂ ਉਹ ਕੁਝ ਜਿਹੜੇ ਦੂਜੇ ਧਰਮ ਨੇ ਉਹਨਾਂ ਨੂੰ ਲੈ ਕੇ ਅੱਜ ਸਾਡੇ ਸਿੱਖ ਸਮਾਜ ਵੀ ਉਹਦੀ ਕਾਪੀ ਕੀਤੀ ਜਾ ਰਹੀ ਹੈ, ਪਰ ਨਵੀਂ ਸੋਚ ਜਿਹੜੀ ਸਾਹਮਣੇ ਆਈ ਵੀ ਆਵਾਗਨ ਹੈ ਕੀ ਅਸਲ 'ਚ। ਦੇਖੋ, ਹੁਣ ਆਵਾਗਮਨ ਦੀ ਚੱਕਰ ਅਗਰ ਸੋਚਿਆ ਜਾਵੇ ਤੇ ਕੱਲ ਤੱਕ ਜਿਹੜੀ ਪਰਿਭਾਸ਼ਾ ਸਾਡੇ ਸ਼ਬਦਾਂ ਦੀ ਸੀ, ਸਾਡੇ ਪ੍ਰਚਾਰਕਾਂ ਦੀ ਸੀ, ਉਹ ਅੱਜ ਬਦਲ ਚੁੱਕੀ ਹੈ। ਸ਼ਬਦ ਨਹੀਂ ਬਦਲਿਆ। ਦੇਖੋ, ਇਹ ਚੀਜ਼ ਸੋਚਣੀ ਪਏਗੀ ਸਾਨੂੰ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸ਼ਬਦ ਨੇ ਨਾ, ਉਹ ਜੁਗੋ ਜੁਗ ਅਟਲ ਨੇ, ਉਹ ਵਿਚਾਰਧਾਰਾ ਜੁਗੋ ਜੁਗ ਅਟਲ ਨੇ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹੜੀ ਅੱਜ ਗੱਲ ਚੱਲ ਰਹੀ ਹੈ ਨਾ, ਪ੍ਰੋਫੈਸਰ ਸਾਹਿਬ ਸਿੰਘ ਨੇ ਉਹ ਲਿਖੀ ਹੋਈ ਕਿਤੇ, ਜਦੋਂ ਸ਼ਬਦ ਸੰਸਕ੍ਰਿਤੀ ਵਿੱਚ ਹੁੰਦਾ ਹੈ, ਗੁਰਮੰਤਰਹੀਨ ਜੋ ਪੁਰਾਣੀ, ਉਸ ਸ਼ਲੋਕ ਵਿੱਚ, ਸ਼ਬਦ ਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਹੋਇਆ ਵੀ ਹਾਥੀ ਕੌਣ ਹੈ, ਸ਼ਬਦ ਟੁੱਟਿਆ ਹੋਇਆ ਬੰਦਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਕਹਿ ਰਿਹਾ ਕਿ ਮੈਂ ਜ਼ਰੂਰ ਅੱਜ ਦੇ ਦੌਰ ਵਿੱਚ ਜੋ ਪੜ੍ਹੇ ਲਿਖੇ ਬੱਚੇ ਨੇ, ਜੋ ਸਾਇੰਟੀਫਿਕ ਸੋਚ ਰੱਖਦੇ ਨੇ, ਜੋ ਲਾਜੀਕਲ ਸੋਚ ਰੱਖਦੇ ਨੇ, ਉਹਨਾਂ ਬੱਚਿਆਂ ਨੂੰ ਤੁਸੀਂ ਉਹ ਪੁਰਾਣੀਆਂ ਸਾਖੀਆਂ, ਪੁਰਾਣੀਆਂ ਕਹਾਣੀਆਂ ਸੁਣਾ ਕੇ ਨਾ ਤੁਸੀਂ ਗੁਰਮਤਿ ਦਾ ਪ੍ਰਚਾਰ ਨਹੀਂ ਕਰ ਸਕਦੇ। ਅੱਜ ਤੁਹਾਨੂੰ ਦੱਸਣਾ ਪਵੇਗਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਓਰੀਜਨ ਆਫ ਯੂਨੀਵਰਸ ਨੂੰ ਕਿਸ ਤਰ੍ਹਾਂ ਐਕਸਪਲੇਨ ਕੀਤਾ ਹੈ, ਓਰੀਜਨ ਆਫ ਲਾਈਫ ਨੂੰ ਕਿਸ ਤਰ੍ਹਾਂ ਐਕਸਪਲੇਨ ਕੀਤਾ, ਕਿਉਂਕਿ ਬੱਚੇ ਪੜ੍ਹ ਰਹੇ ਨੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਜ਼ ਦੇ ਅੰਦਰ ਇਹ ਪੜ੍ਹਾਇਆ ਜਾ ਰਿਹਾ ਹੈ। ਤੇ ਕਿਆ ਗੁਰੂ ਨਾਨਕ ਪਾਤਸ਼ਾਹ ਦੀ ਜੋ ਥਿਊਰੀ ਸੀ, ਜੋ ਗੁਰੂ ਨਾਨਕ ਪਾਤਸ਼ਾਹ ਦੀ ਜੋ ਸੋਚ ਸੀ, ਜੋ ਉਹਨਾਂ ਦੀ ਵਿਚਾਰਧਾਰਾ ਸੀ, ਉਹ ਅੱਜ ਦੇ ਯੁੱਗ ਦੀ ਵਿਚਾਰਧਾਰਾ ਨਹੀਂ ਹੈ। ਇਹ ਆਵਾਗਨ ਨੂੰ ਪਿਛਲੇ ਜਨਮ ਕੁੱਤਾ ਬਿੱਲੀ ਅੱਗੇ ਸ਼ੋਰ ਬਣੇ, ਮਰਨ ਤੋਂ ਬਾਅਦ ਵੀ ਪੱਥਰ ਬੂਟੇ ਆਦਿ ਵਗੈਰਾ ਮੰਨਦੇ ਨੇ, ਪਰ ਗੁਰੂ ਸਾਹਿਬ ਕਿਹੜਾ ਆਵਾਗਨ ਮੰਨਦੇ? ਦੇਖੋ, ਇਹ ਬੜਾ ਲੰਬਾ ਵਿਸ਼ੇ ਹੈ, ਮੈਂ ਇਸ ਦੇ ਉੱਪਰ ਜ਼ਰੂਰ ਗੱਲ ਕਰਦਾ। ਮੈਂ ਇਤਨੀ ਗੱਲ ਤੁਹਾਡੇ ਨਾਲ ਕਰਕੇ ਤੇ ਖਤਮ ਕਰਨਾ ਚਾਹਾਂਗਾ ਜ਼ਰੂਰ, ਬਿਲਕੁਲ 2 ਲਫ਼ਜ਼ਾਂ ਵਿੱਚ, ਕਿ ਗੁਰੂ ਨਾਨਕ ਪਾਤਸ਼ਾਹ ਨੇ ਆਵਾਗਮਨ ਜੋ ਸ਼ਬਦ ਹੈ, ਜੀਵਨ ਅਤੇ ਮੌਤ ਜੋ ਸ਼ਬਦ ਹੈ, ਇਹ ਬੜਾ ਕਮਾਲ ਦਾ ਬਿਆਨ ਕੀਤਾ। ਉਹਨਾਂ ਨੇ ਕਿਹਾ ਕਿ ਨਾਨਕ ਸੋ ਸੂਖਮ ਸੋਈ ਅਸਤੂਲ। ਦੇਖੋ, ਇੱਕ ਚੀਜ਼ ਧਿਆਨ ਰੱਖਿਓ ਕਿ 2 ਲਾਈਨਾਂ ਦੇ ਵਿੱਚ ਪੂਰੀ ਗੱਲ ਜਿਹੜੀ ਸਮਝਾ ਗਏ ਗੁਰੂ ਨਾਨਕ ਪਾਤਸ਼ਾਹ ਕਿ ਨਾਨਕ ਸੋ ਸੂਖਮ ਸੋਈ ਅਸਤੂਲ। ਇੱਕ ਸਾਡਾ ਜੀਵਨ ਉਹ ਹੈ ਜੋ ਜੀਵਨ ਨਜ਼ਰ ਆ ਰਿਹਾ, ਸਾਡਾ ਇਹ ਸਰੀਰ ਸਾਰਾ ਨਜ਼ਰ ਆ ਰਿਹਾ ਹੈ। ਇੱਕ ਜੀਵਨ ਹੈ ਸੂਖਮ ਫਾਰਮ ਵਿੱਚ, ਬੜਾ ਮਾਈਨਿਊਟ। ਠੀਕ ਹੈ, ਮਹਾਰਾਜ ਕਹਿੰਦੇ ਨੇ ਕਿ ਸੂਖਮ ਦਾ ਅਸਥੂਲ ਬਣਨਾ, ਇਹ ਅਸੀਂ ਜੀਵਨ ਸਮਝਦੇ ਹਾਂ, ਅਸਥੂਲ ਦਾ ਸੂਖਮ ਬਣਨਾ ਅਸੀਂ ਮੌਤ ਸਮਝਦੇ ਹਾਂ, ਪਰ ਇਹ ਮੌਤ ਹੈ ਨਹੀਂ, ਇਹ ਜੀਵਨ ਮੌਤ ਨਹੀਂ ਹੈ, ਇਹ ਜੀਵਨ ਤੇ ਮੌਤ ਦੀ ਗੱਲ ਨਹੀਂ ਹੈ, ਇਹ ਖੇਡ ਹੈ ਪਰਮਾਤਮਾ ਦੀ। ਸੂਖਮ ਹੀ ਅਸਥੂਲ ਬਣਦਾ, ਅਸਥੂਲ ਹੀ ਸੂਖਮ ਬਣਦਾ। ਤੇ ਲਿਹਾਜ਼ਾ ਇਹ ਗੱਲ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਸੀ ਕਿ ਨਾ ਕੋ ਮੂਆ ਨਾ ਮਰਨਾ ਜੋਗ, ਮਰਨ ਵਾਲੀ ਕੋਈ ਗੱਲ ਨਹੀਂ ਸੀ ਵਿੱਚ। ਇਹ ਜਿਹੜੀ ਖੇਡ ਹੈ ਨਾ, ਇਸ ਕਿਸਮ ਦਾ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਹੈ, ਇਸ ਨੂੰ ਸਮਝਣਾ ਪਵੇਗਾ। ਕੁਝ ਵਿਦਵਾਨ ਇਹਨੂੰ ਹੋਰ ਸੌਖਾ ਜਿਹਾ ਕਰਦੇ ਨੇ ਕਿ ਜਦੋਂ ਮੈਂ ਮੰਨ ਲਓ
ਮੇਰੀ ਫੈਮਿਲੀ ਹੈ, ਮੇਰੀ ਵਾਈਫ ਹੈ, ਮੈਂ ਆਪਣੀ ਵਾਈਫ ਦੇ ਹੁੰਦਿਆਂ ਦੂਜੇ ਪਾਸੇ ਕੰਟੈਕਟ ਹਾਂ, ਅਤੇ ਗੁਰੂ ਸਾਹਿਬ ਕਹਿੰਦੇ ਫਿਰ ਤੂੰ ਹਾਥੀ ਬਣ ਗਿਆ। ਅੱਛਾ ਅੱਛਾ, ਜੇ ਮੈਂ ਗੁਰੂ ਦੀ ਗੱਲ ਨਹੀਂ ਨਹੀਂ ਮੰਨਦਾ, ਸੁਣਦਾ ਜ਼ਰੂਰ ਆ, ਅਸਰ 'ਚ ਨਹੀਂ ਆਉਂਦਾ, ਤੇ ਕਹਿੰਦੇ ਗੁਰੂ ਸਾਹਿਬ ਤੂੰ ਪੱਥਰ ਹੈ। ਠੀਕ ਹੈ। ਜੇ ਤੂੰ ਮਤਲਬ ਆਪਾਂ ਕਈ ਵਾਰੀ ਮੁਹਾਵਰੇ ਬੋਲਦੇ ਤੂੰ ਗਧਾ, ਪਰ ਗਧਾ ਨਹੀਂ ਹੁੰਦਾ। ਕੁਝ ਸਕਾਲਰ ਇਸ ਤਰ੍ਹਾਂ ਦਾ ਬਿਆਨ ਕਰਦੇ, ਤੁਹਾਡਾ ਕੀ ਮਤਲਬ? ਦੇਖੋ, ਮੈਂ ਕਿਹਾ ਕਿ ਇਹ ਬੜਾ ਲੰਬਾ ਜਿਹਾ ਵਿਸ਼ੇ ਹੈ। ਮੈਂ ਇਤਨੀ ਗੱਲ ਜ਼ਰੂਰ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਢੰਗ ਦੇ ਨਾਲ ਸਮਝਾਇਆ। ਜੇ ਗੁਰੂ ਨਾਨਕ ਪਾਤਸ਼ਾਹ ਕਿਸੇ ਗਵਾਲੇ ਦੇ ਪਾਸ ਬੈਠੇ, ਫਿਰ ਉਹਨਾਂ ਦੇ ਕਲਚਰ, ਉਹਨਾਂ ਦੀ ਸੱਭਿਆਚਾਰ ਨੂੰ ਲੈ ਕੇ ਫਿਰ ਬਿਆਨ ਕੀਤਾ, ਲੇਕਿਨ ਕਨਸੈਪਟ ਆਪਣੀ ਦਿੱਤੀ, ਕਨਸੈਪਟ ਆਪਣੀ ਸਿਧਾਂਤ ਜਿਹੜਾ ਸੀ ਉਹ ਆਪਣਾ ਰੱਖਿਆ, ਜੋ ਨਾਲ ਸੀ, ਜੋ ਨੈਚੁਰਲ ਸੀ। ਦੇਖੋ, ਗੁਰੂ ਨਾਨਕ ਦੀ ਜੋ ਫਿਲਾਸਫੀ ਹੈ ਨਾ, ਗੁਰੂ ਨਾਨਕ ਦੀ ਜੋ ਵਿਚਾਰਧਾਰਾ ਹੈ, ਉਸ ਦੀ ਕਸਵੱਟੀ ਨੇਚਰ ਹੈ। ਠੀਕ ਹੈ। ਔਰ ਉਸ ਤੋਂ ਬਾਅਦ ਜੋ ਸ਼ਬਦ ਅੰਕਿਤ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ, ਉਸ ਦੀ ਕਸਵੱਟੀ ਜਿਹੜੀ ਸੀ ਗੁਰੂ ਨਾਨਕ ਬਣੇ ਸੀ, ਗੁਰੂ ਨਾਨਕ ਦੀ ਵਿਚਾਰਧਾਰਾ। ਅਤੇ ਇਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਆਈਆਂ ਹਨ, ਮੈਂ ਸਮਝਦਾ ਦੇਖੋ ਹੁਣ ਕਈਆਂ ਜਗ੍ਹਾ 'ਤੇ ਲਿਖਿਆ ਦਾ ਹੈ ਕਿ ਧਰਮ ਰਾਏ ਜਬ ਲੇਖਾ ਮੰਗੈ। ਠੀਕ ਹੈ। ਹੁਣ ਤੁਹਾਨੂੰ ਦੱਸਣਾ ਪਏਗਾ ਵੀ ਫਿਰ ਧਰਮਰਾਜ ਕਿਹੜਾ ਸੀ। ਜੇ ਤੁਸੀਂ ਵੀ ਇਹ ਗੱਲ ਮੰਨਦੇ ਹੋ ਕਿ ਧਰਮਰਾਜ ਕਿਧਰੇ ਕਿਸੇ ਸੱਤਵੇਂ ਆਕਾਸ਼ ਦੇ ਉੱਪਰ ਜਾਂ ਕਿਧਰੇ ਬੈਠਾ ਦਾ ਔਰ ਉੱਥੇ ਜਾ ਕੇ ਸਾਡਾ ਲੇਖਾ ਜੋਖਾ ਹੋਵੇਗਾ, ਤੇ ਫਿਰ ਮੈਂ ਸਮਝਦਾ ਕਿ ਤੁਸੀਂ ਗੁਰੂ ਨਾਨਕ ਦੇ ਮੱਤ 'ਤੇ ਪ੍ਰਚਾਰ ਨਹੀਂ ਕਰ ਰਹੇ ਹੋ, ਤੁਸੀਂ ਪ੍ਰਚਲਿਤ ਫਲਸਫੇ ਦਾ ਪ੍ਰਚਾਰ ਕਰ ਰਹੇ ਹੋ, ਤੁਸੀਂ ਉਸ ਪ੍ਰਭਾਵ ਦੇ ਵਿੱਚ ਪ੍ਰਚਾਰ ਕਰ ਰਹੇ ਹੋ। ਪ੍ਰੋਫੈਸਰ ਇੰਦਰਜੀਤ ਸਿੰਘ ਘੱਗਾ ਜੀ ਨੇ ਆਵਾਗੋਂ ਦੀ ਛੋਟੀ ਜਿਹੀ ਕਿਤਾਬ ਹੈ, ਉਹਦੇ ਵਿੱਚ ਉਹ ਜਿਹੜਾ ਧਰਮਰਾਜ ਦੇ ਬਾਰੇ ਪੁਰਾਣੇ ਗ੍ਰੰਥਾਂ ਦੇ ਹਵਾਲੇ ਤੋਂ ਉਹਨਾਂ ਦੀ ਹਿਸਟਰੀ ਦੀ ਜਿਹੜੀ ਮੈਥੋਲੋਜੀ ਹੈ ਉਹਦਾ ਜ਼ਿਕਰ ਕੀਤਾ। ਉੱਥੋਂ ਪਤਾ ਲੱਗ ਜਾਂਦਾ ਵੀ ਉਹ ਧਰਮਰਾਜਾ। ਮੈਂ ਬੇਨਤੀ ਇੱਕ ਗੱਲ ਕਰਦਾ, ਮੈਨੂੰ ਸਮਝ ਨਹੀਂ ਆ ਰਹੀ ਕਿ ਬੜੇ ਸੁਖੇਵਾਂ ਜਿਹੜੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਬੜੇ ਸੁਖੇਵੇਂ ਹਨ। ਅਸੀਂ ਇੱਕ ਸ਼ਬਦ ਬੜਾ ਰੋਜ਼ ਪੜ੍ਹਦੇ ਹਾਂ, ਬੜੇ ਲੋਕਾਂ ਨੂੰ ਦੱਸਦੇ ਹਾਂ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਜੋ ਖੋਜੇ ਸੋ ਪਾਵੇ। ਤੇ ਤੁਸੀਂ ਬਾਹਰ ਕਿਉਂ ਲੱਭ ਰਹੇ ਹੋ ਸਾਰਾ ਕੁਛ? ਤੁਹਾਨੂੰ ਬਾਹਰ ਕੁਛ ਵੀ ਨਹੀਂ ਲੱਭਣਾ ਸੀ। ਬਾਹਰ ਜੋ ਵੀ ਲੱਭ ਰਿਹਾ ਨਾ, ਉਹ ਪ੍ਰਚਲਿਤ ਫਲਸਫੇ ਦੇ ਤਹਿਤ ਲੱਭ ਰਿਹਾ। ਅਤੇ ਗੁਰੂ ਨਾਨਕ ਦਾ ਫਲਸਫਾ, ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਉਹ ਹੈ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ। ਭਾਈ ਜੋ ਕੁਛ ਵੀ ਤੂੰ ਬਾਹਰ ਦੇਖ ਰਿਹਾ ਨਾ, ਉਹ ਸਭ ਕੁਝ ਤੇਰੇ ਅੰਦਰ ਹੈ। ਇਹ ਲੇਖਾ ਜੋਖਾ ਵੀ ਤੇਰੇ ਨਾਲ ਨਾਲ ਹੋ ਰਿਹਾ ਹੈ। ਖੁਸਖੁਸ ਲੈਂਦਾ ਵਸਤ ਪਰਾਈ, ਖੁਸਖੁਸ ਲੈਂਦਾ ਵਸਤ ਪਰਾਈ, ਵੇਖੈ ਸੁਣੈ ਤੇਰੇ ਨਾਲ ਖੁਦਾਈ। ਖੁਦਾਈ ਤੇ ਤੇਰੇ ਨਾਲ ਹੈ ਬਈ, ਉਹ ਨਾਲ ਦੇਖ ਰਿਹਾ, ਨਾਲ ਸੁਣ ਰਿਹਾ, ਕਰ ਰਿਹਾ, ਹਿਸਾਬ ਕਿਤਾਬ ਤੇਰਾ ਹੋ ਰਿਹਾ। ਤੂੰ ਕਿਉਂ ਸੋਚ 'ਚ ਪਿਆ ਕਿ ਮੈਂ ਮਰਨ ਤੋਂ ਬਾਅਦ ਮੇਰਾ ਹਿਸਾਬ ਕਿਤਾਬ ਹੋਵੇਗਾ ਕਿਧਰੇ ਜਾ ਕੇ? ਇਹ ਤੇਰਾ ਫਲਸਫਾ ਨਹੀਂ। ਸਵਰਗ ਨਰਕ ਦਾ ਫਲਸਫਾ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਨਹੀਂ, ਗੁਰਮਤਿ ਦਾ ਫਲਸਫਾ ਨਹੀਂ। ਬਹਿਸ਼ਤ ਤੇ ਦੋਜ਼ਖ ਦਾ ਫਲਸਫਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਨਹੀਂ, ਗੁਰੂ ਨਾਨਕ ਦਾ ਫਲਸਫਾ ਨਹੀਂ, ਇਹ ਗੁਰਮਤਿ ਦਾ ਫਲਸਫਾ ਨਹੀਂ। ਸਾਨੂੰ ਇਹਨਾਂ ਚੀਜ਼ਾਂ ਉੱਪਰ ਗੌਰ ਕਰਨੀ ਪਵੇਗੀ, ਸਮਝਣਾ ਪਵੇਗਾ। ਇੱਕ ਬੇਨਤੀ, ਮੈਨੂੰ ਇੱਕ ਗੱਲ ਮੈਂ ਤੁਹਾਡੀ ਜ਼ਰੂਰ ਵਿੱਚ ਇੱਥੇ ਮੈਂ ਕਰਾਂ। ਮੈਂ ਅੱਜ ਪਤਾ ਕੀ ਸੋਚ ਕੇ ਬੈਠਾ ਸਾਂ ਕਿ ਸ਼ਾਇਦ ਇੰਨਾ ਵੱਡਾ ਚੈਨਲ, ਅੱਜ ਅਸੀਂ ਗੱਲ ਕਰਾਂਗੇ ਇੱਕ ਸਾਡੀ ਬੱਚੀ ਦੀ ਜਿਸਨੇ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ ਅਪਣਾਇਆ। ਕਿਉਂਕਿ ਗੁਰੂ ਨਾਨਕ ਦਾ ਫਲਸਫਾ ਕੀ ਸੀ? ਗਿਆਨ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬੰਦੀ। ਸਾਡੇ ਵਹਿਮ ਭਰਮ ਸਾਰੇ ਖਤਮ ਹੋ ਸਕਦੇ ਸਨ ਕਿਸ ਦੇ ਨਾਲ? ਗਿਆਨ ਦੇ ਨਾਲ। ਹੁਣ ਅੱਜ ਦੇਖੋ, 26-27 ਸਾਲ ਦੀ ਲੜਕੀ, ਅੱਜ ਮੈਂ ਤੁਹਾਨੂੰ ਕਹਿ ਰਿਹਾ, ਬੜੀ ਛੋਟੀ ਬੱਚੀ, ਛੋਟੀ ਜਿਹੀ ਬੱਚੀ, ਇਸ ਸਾਲ ਦੇ ਵਿੱਚ ਉਸਨੇ ਹਿੰਦੁਸਤਾਨ ਪੁੰਛ ਦੀ ਪਰਸਨਜੀਤ ਕੌਰ ਉਸਦਾ ਨਾਮ ਹੈ, ਉਹਦੇ ਪਾਪਾ ਦਾ ਨਾਮ ਨਿਰਮਲ ਸਿੰਘ ਹੈ। ਬੜੀ ਛੋਟੀ, ਮਤਲਬ ਬੜਾ ਇੱਕ ਨਾਰਮਲ ਜੀ ਫੈਮਿਲੀ ਹੈ, ਲੇਕਿਨ ਉਸ ਬੱਚੀ ਨੇ, ਮੈਂ ਕਹਿੰਦਾ ਕਿ ਗੁਰੂ ਨਾਨਕ ਦੇ ਫਲਸਫੇ ਨੂੰ ਸਮਝਿਆ, ਉਸਨੇ ਧਰਮ ਨੂੰ ਸਮਝਿਆ। ਕਬੀਰ ਜਹਾਂ ਗਿਆਨ ਤੈਂ ਧਰਮ। ਠੀਕ ਹੈ। ਉਸਨੇ ਗਿਆਨ ਗੁਰੂ ਨੂੰ ਸਮਝਿਆ, ਉਸਨੇ ਸ਼ਬਦ ਗੁਰੂ ਨੂੰ ਸਮਝਿਆ, ਉਹ ਉਸ ਪਰ ਮਤਲਬ ਖੋਜ ਵਿੱਚ ਲੱਗੀ। ਅੱਜ ਉਸਨੇ ਸਾਰੀ ਸਿੱਖ ਕੌਮ ਦਾ ਨਾਮ ਜਿਹੜਾ ਹੈ, 4 ਮਹੀਨੇ ਪਹਿਲੇ ਕੇਐਸ ਕੀਤੀ, ਉੱਥੋਂ ਟੱਪਰ। ਫਿਰ ਹੁਣ ਤੁਸੀਂ ਦੇਖੋ ਕਿ ਬਈ, ਹੁਣ ਮੈਂ ਕਹਿੰਦਾ ਕਿ ਕਿਆ ਸਾਡੇ ਬੱਚਿਆਂ ਨੂੰ ਇਸ ਲਾਈਨ 'ਤੇ ਨਹੀਂ ਗੱਲ ਸੋਚ, ਅਸੀਂ ਕਿਹੜੀ ਲਾਈਨ 'ਤੇ ਪਏ ਹੋਏ ਹਾਂ? ਅਸੀਂ ਅਜੇ ਵੀ ਪਏ ਹੋਏ ਹਾਂ ਕਿ ਬਈ ਉਸਨੇ ਪਗੜੀ ਕਿਹੜੇ ਰੰਗ ਦੀ, ਅਸੀਂ ਪਗੜੀ ਕਿਹੜੇ ਰੰਗ ਦੀ ਵੱਧੀ ਦੀ ਸੀ, ਗੋਲ ਕਿਉਂ ਨਹੀਂ ਸੀ, ਦੁਮਾਲਾ ਕਿਉਂ ਨਹੀਂ ਸੀ, ਚੱਕਰ ਕਿਉਂ ਨਹੀਂ ਪਾਇਆ ਦਾ ਸੀ, ਜਾਂ ਫਲਾਣਾ ਰੰਗ ਕਿਉਂ ਪਾ ਲਿਆ, ਫਲਾਣਾ ਕਿਉਂ ਪਾ ਲਿਆ। ਅਸੀਂ ਇਹਨਾਂ ਚੀਜ਼ਾਂ ਪਰ ਰੱਖੇ ਹੋਏ ਹਾਂ। ਸਾਨੂੰ ਸ਼ਬਦ ਗੁਰੂ ਦੇ ਲੜ ਲੱਗਣਾ ਸੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਆਪਣੇ ਆਪ ਆ ਜਾਣੀਆਂ ਸਨ। ਅੱਜ ਉਹ ਬੱਚੀ ਜਿਹੜੀ ਹੈ, ਤੁਸੀਂ ਦੇਖ ਲਓ, ਇੰਟਰਵਿਊ ਦੇ ਦੌਰਾਨ ਵੀ ਉਸਨੂੰ ਕਈ ਤਰ੍ਹਾਂ ਦੀਆਂ ਗੱਲਾਂ ਪੁੱਛੀਆਂ ਗਈਆਂ, ਬੜੇ ਸੁਚੱਜੇ ਢੰਗ ਦੇ ਨਾਲ। ਧਰਮ ਦੀਆਂ ਗੱਲਾਂ ਵੀ ਉਸਨੇ ਬੜੇ ਸੁਚੱਜੇ ਢੰਗ ਦੇ ਨਾਲ ਕੀਤੀਆਂ। ਦੇਖੋ, ਮੇਰਾ ਕਹਿਣ ਤੋਂ ਭਾਵ ਇੱਕੋ ਹੈ ਕਿ ਜੇ ਪਰੰਪਰਾਵਾਂ ਅਤੇ ਰਸਮੋਂ ਰਿਵਾਜ਼ਾਂ ਦੇ ਨਾਲ ਧਰਮ ਜੁੜਿਆ ਹੁੰਦਾ ਨਾ, ਤੇ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ
ਦੀ ਇਨਕਾਰੀ ਨਹੀਂ ਕਰਨੀ ਸੀ। ਔਰ ਗੱਲ ਸੱਚ ਵੀ ਹੈ ਨੇ, ਤੇ ਗੁਰੂ ਨਾਨਕ ਨੇ ਇਨਕਾਰ ਕੀਤਾ ਵੀ ਨਹੀਂ। ਗੁਰੂ ਨਾਨਕ ਨੇ ਕਿਹਾ ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਕੱਤ ਹੈ ਹੀ ਤੇ ਪਾ ਦੇ ਬਈ, ਮੈਂ ਤਾਂ ਪਾਉਣ ਵਾਸਤੇ ਤਿਆਰ ਹਾਂ। ਗੁਰੂ ਨਾਨਕ ਨੇ ਰਸਮੋ ਰਿਵਾਜ ਜੋ ਸਨ ਨਾ, ਉਹ ਅਧਿਆਤਮਿਕਵਾਦ ਉੱਪਰ ਚਾਨੇ ਸੀ। ਅੱਜ ਪੰਜ ਕਕਾਰੀ ਵਰਦੀ ਤੇ ਧਾਰਨੀ ਸਾਰੇ ਆ, ਬੜਾ ਆਸਾਨ ਜਿਹਾ ਕੰਮ ਹੈ, ਸਾਰੇ ਧਾਰਨੀ ਹੋ ਸਕਦੇ ਆ, ਕੋਈ ਵੱਡੀ ਗੱਲ ਨਹੀਂ ਹੈ। ਪਰ ਸਾਡੀ ਜਿਸਲੇ ਆਤਮਾ ਦੇ ਉੱਤੇ ਪੰਜ ਕਕਾਰੀ ਵਰਦੀ ਚੜ੍ਹੇਗੀ ਨਾ, ਫਿਰ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੋ ਸਕਦੇ ਹਾਂ, ਫਿਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹੋ ਸਕਦੇ ਹਾਂ। ਇੱਕ ਗੱਲ ਤੁਸੀਂ ਗੱਲ ਜਿਹੜੀ ਕੀਤੀ ਹੈ, ਇੱਥੋਂ ਦੀ ਬੱਚੀ ਇਸ ਬਾਰਡਰ ਜ਼ੀਰੋ ਬੈਲਟ ਦੇ ਨਾਲ ਜਾ ਕੇ ਇਹ ਸਾਡੇ ਸਿੱਖ ਸਮਾਜ ਦੇ ਅੰਦਰ ਇਹ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਸਿੱਖਾਂ ਦੇ ਜਿਹੜਾ ਪਰਿਵਾਰ ਹੈ, ਉਸ ਬੱਚੀ ਦੇ ਪਰਿਵਾਰ ਨੂੰ ਅਸੀਂ ਦੁਬਾਰਾ ਆਵਾਂਗੇ, ਦੁਬਾਰਾ ਮਿਲਾਂਗੇ ਉਹਨਾਂ ਨੂੰ। ਅੱਜ ਬੱਚੀ ਸ਼੍ਰੀਨਗਰ ਵਿੱਚ ਹੈ ਅਤੇ ਅਸੀਂ ਇੰਟਰਵਿਊ ਲੈਣ ਦੀ ਕੋਸ਼ਿਸ਼ ਕਰਾਂਗੇ, ਔਰ ਉਹਨਾਂ ਦੇ ਪਰਿਵਾਰ ਨੂੰ ਸਾਡੇ ਸਿੰਘ ਨਾਮ ਅਦਾਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਉਸ ਪਰਿਵਾਰ ਨੂੰ। ਮੇਰਾ ਅਖੀਰਲਾ ਸਵਾਲ ਜਿਹੜਾ ਤੁਹਾਡੇ ਨਾਲ, ਛੋਟੇ ਦੋ ਸਵਾਲ ਨੇ। ਇੱਕ ਤੁਸੀਂ ਹੋਰ ਗੱਲ ਕਹੀ ਸੀ, ਤੁਹਾਡੇ ਕੋਲ ਐਸੇ ਪੁਖਤਾ ਸਬੂਤ ਹੈਗੇ ਨੇ ਜਿਹੜੀ ਤੁਸੀਂ ਗੱਲ ਕਹੀ ਹੈ। ਕਈਆਂ ਨੇ ਇਹ ਵੀ ਗੱਲ ਕਹੀ ਵੀ ਸਰਦਾਰ ਨਰਿੰਦਰ ਸਿੰਘ ਰੋਟੀਆਂ ਸੇਕ ਰਹੇ ਨੇ, ਸਰਦਾਰ ਨਰਿੰਦਰ ਸਿੰਘ ਮੁੱਦਾ ਬਣ ਗਿਆ, ਸਰਦਾਰ ਨਰਿੰਦਰ ਸਿੰਘ ਮੀਡੀਆ ਸਾਹਮਣੇ ਨਹੀਂ ਆ ਰਹੇ ਸਨ, ਪ੍ਰੈਸ ਕਾਨਫਰੰਸ ਨਹੀਂ ਕਰ ਰਹੇ ਸਨ, ਪ੍ਰੈਸ ਕਾਨਫਰੰਸ ਕਰ ਲਈ। ਤੁਸੀਂ ਗੱਲ ਕਰਨ ਲੱਗਾ ਸਵਾਲ, ਉਹ ਸਵਾਲ ਇਹ ਹੈ ਵੀ ਤੁਸੀਂ ਗੱਲ ਕਹੀ ਵੀ ਉਹਨਾਂ ਨੂੰ ਸਿਖਾ ਕੇ ਭੇਜਿਆ ਗਿਆ ਜਿਨ੍ਹਾਂ ਬੰਦੇ ਨੂੰ ਮਿਲਿਆ। ਹਾਂ, ਕਿ ਉਹਦਾ ਕੋਈ ਸਬੂਤ ਤੁਹਾਡੇ ਕੋਲ ਹੈਗਾ? ਮੇਰੀ ਗੱਲ ਸੁਣ, ਦੇਖੋ, ਜਿਨ੍ਹਾਂ ਲੋਕਾਂ ਦਾ ਮਕਸਦ ਸਿਰਫ ਇਹ ਹੈ ਕਿ ਮੀਡੀਆ 'ਤੇ ਆਉਣਾ, ਮੇਰੇ ਕੋਲ ਇੰਨੇ ਮੁੱਦੇ ਰੋਜ਼ ਦੇ ਕਿ ਮੈਂ ਰੋਜ਼ ਮੀਡੀਆ 'ਤੇ ਆ ਸਕਦਾ, ਲੇਕਿਨ ਮੈਂ ਕਦੇ ਮੀਡੀਆ ਦੇ ਇਸ ਮਕਸਦ ਵਾਸਤੇ ਨਹੀਂ ਆਇਆ ਕਦੇ ਵੀ। ਜਿਸ ਲਈ ਵੀ ਕੋਈ ਘਟਨਾ ਹੁੰਦੀ ਹੈ, ਅਸੀਂ ਜ਼ਰੂਰ, ਲਾਸਟ ਟਾਈਮ ਵੀ ਕਿਸੇ ਨੇ ਕਿਹਾ ਸੀ, ਕਿਸੇ ਨੇ ਕਹਿ ਦਿੱਤਾ ਕਿ ਵੀ ਅਸੀਂ ਪ੍ਰੈਸ ਕਾਨਫਰੰਸ ਦਿੱਤੀ ਹੈ ਕਿ ਬੇਅਦਬੀ ਹੋਈ, ਇਹ ਹੋਇਆ, ਔਰ ਡਿਸਟ੍ਰਿਕਟ ਕਮੇਟੀ ਕੁਛ ਨਹੀਂ ਬੋਲੀ। ਲੇਕਿਨ ਉਸ ਤੋਂ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਕਰ ਚੁੱਕਿਆ ਦੱਸਾਂ। ਹੋ ਸਕਦਾ ਕਿਸੇ ਨੇ ਨਾ ਸੁਣੀ ਹੋਵੇ, ਹੋ ਸਕਦਾ ਕਿਸੇ ਨੇ ਨਾ ਦੇਖੀ ਹੋਵੇ। ਹੁਣ ਮੈਂ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕਿਸੇ ਨੂੰ ਫੋਨ ਨਹੀਂ ਕਰਦਾ ਕਿ ਬਈ ਮੈਂ ਕਰ ਦਿੱਤੀ ਦੀ ਹੈ, ਤੁਸੀਂ ਨਾ ਕਰਿਓ, ਐਸੀ ਗੱਲ ਕੋਈ ਨਹੀਂ ਹੈ, ਠੀਕ ਹੈ। ਮੈਂ ਇਹੋ ਤਾਂ ਮੈਂ ਕਹਿ ਰਿਹਾ ਕਿ ਸਾਡੀ ਇਹ ਦੌੜ ਨਹੀਂ ਹੋਣੀ ਚਾਹੀਦੀ ਹੈ ਕਿ ਨਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਨਹੀਂ ਦਿੱਤੀ, ਮੈਂ ਦੇ ਦਿੱਤੀ, ਉਸਨੇ ਨਹੀਂ ਦਿੱਤੀ। ਇਹ ਦੌੜ ਨਹੀਂ ਸਾਡੀ ਹੋਣੀ ਚਾਹੀਦੀ ਹੈ। ਸਾਡੀ ਦੌੜ ਇਹ ਹੈ ਕਿ ਮੈਂ ਬਾਰ ਇਹ ਗੱਲ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਜ਼ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਸਾਨੂੰ ਇਹ ਸਮਝਣਾ ਚਾਹੀਦਾ ਹੋ ਕਿਉਂ ਰਹੀ ਹੈ। ਕਿਧਰੇ ਨਾ ਕਿਧਰੇ ਕੋਈ ਨਾ ਕੋਈ ਗੇਮ ਜਿਹੜੀ ਹੈ ਉਹ ਖੇਡੀ ਜਾ ਰਹੀ ਹੈ, ਪੋਲੀਟੀਕਲ ਗੇਮ। ਤੁਸੀਂ ਇਸ਼ਾਰਾ ਦਿੱਤਾ, ਵੈਸੇ ਇਸ਼ਾਰਾ ਦਿੱਤਾ, ਅਤੇ ਉਹ ਇਸ਼ਾਰਾ ਕਿੱਧਰ? ਦੇਖੋ, ਮੇਰੀ ਬੇਨਤੀ ਹੈ, ਮੈਂ ਇਹ ਗੱਲ ਕਹਿੰਦਾ ਕਿ ਤੁਸੀਂ ਜਾਣਦੇ ਹੋ ਕਿ ਮੇਰੇ ਬ੍ਰਦਰ ਦਾ ਫੋਨ ਨੰਬਰ ਕੀ ਹੈ? ਤੁਹਾਨੂੰ ਪਤਾ ਮੇਰੇ ਛੋਟੇ ਬ੍ਰਦਰ ਦਾ ਫੋਨ? ਤੁਹਾਨੂੰ ਪਤਾ ਹੈ ਮੇਰਾ ਛੋਟਾ ਬ੍ਰਦਰ ਕਿੱਥੇ ਰਹਿੰਦਾ? ਤੁਹਾਨੂੰ ਨਹੀਂ ਪਤਾ? ਤੁਸੀਂ ਤਾਂ ਸਾਡੇ ਰਿਸ਼ਤੇਦਾਰ ਵੀ ਹੋ, ਰਿਸ਼ਤੇਦਾਰ ਵੀ ਨਹੀਂ ਨਾ ਪਤਾ। ਇੱਕ ਅਜਨਾਲਾ ਤੋਂ ਜਾਂ ਪੰਜਾਬ ਤੋਂ ਜਾਂ ਕਿਤੇ ਤੋਂ ਇੱਕ ਬੰਦਾ ਆਉਂਦਾ ਹੈ, ਉਸਨੂੰ ਕੀ ਪਤਾ ਕਿ ਜਗਜੀਤ ਸਿੰਘ ਦੁਖੀਆ ਕਿੱਥੇ ਰਹਿੰਦਾ, ਉਸਦਾ ਫੋਨ ਨੰਬਰ ਕੀ ਹੈ? ਅੱਛਾ, ਇੱਕ ਮਿੰਟ, ਉਸਨੂੰ ਕੀ ਪਤਾ ਕਿ ਮਨ ਸਾਹਿਬ ਮੱਥਾ ਟਿਕਾਉਂਦੇ ਨਹੀਂ ਟਿਕਾਉਂਦੇ, ਮਨ ਸਾਹਿਬ ਗੁਰਮਤ ਦੇ ਖਿਲਾਫ ਪ੍ਰਚਾਰ ਕਰਦੇ ਨਹੀਂ ਕਰਦੇ, ਜਗਜੀਤ ਸਿੰਘ ਦੁਖੀਆ ਜਿਹੜਾ ਗੁਰਮਤ ਦੇ ਖਿਲਾਫ ਪ੍ਰਚਾਰ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਕਰ ਰਿਹਾ, ਕਿ ਇਹ ਗੱਲਾਂ ਕਿਸ ਤਰ੍ਹਾਂ ਪਤਾ ਚੱਲੀਆਂ ਉਹਨਾਂ ਲੋਕਾਂ ਨੂੰ? ਕਿਸੇ ਨਾ ਕਿਸੇ ਸੋਰਸ, ਕੋਈ ਨਾ ਕੋਈ ਸੋਰਸ ਹੋਵੇਗਾ। ਇਹ ਵੀ ਪਤਾ ਲੱਗਾ, ਕਿਧਰੇ ਜ਼ਿਕਰ ਨਹੀਂ ਕੀਤਾ, ਮੈਂ ਕਿਧਰੇ ਕੋਈ ਜ਼ਿਕਰ ਨਹੀਂ ਕੀਤਾ ਦਾ ਕਿ ਫਲਾਣੇ ਬੰਦੇ ਨੇ ਜਾਂ ਫਲਾਣੇ ਬੰਦੇ ਨੇ ਕੋਈ ਗੱਲ ਕੀਤੀ ਦਿੱਤੀ ਹੈ। ਮੈਂ ਕਹਿ ਰਿਹਾ ਕਿ ਕੋਈ ਨਾ ਕੋਈ ਐਸਾ ਵਿਅਕਤੀ ਜ਼ਰੂਰ ਹੋਇਆ ਹੋਣਾ ਜਿਸ ਨੇ ਉਸ ਨੂੰ ਟੈਲੀਫੋਨ ਨੰਬਰ ਦਿੱਤੇ, ਜਿਸ ਨੇ ਉਹਨਾਂ ਨੂੰ ਪੂਰੀ ਕਹਾਣੀ ਸੁਣਾਈ ਕਿ ਇਹ ਕਿਸ ਕਿਸਮ ਦੀਆਂ ਗੱਲਾਂ ਪੁੰਛੀ 'ਚ ਹੋ ਰਹੀਆਂ ਨੇ, ਕਿਹੜਾ ਬੰਦਾ ਹੈ ਜਿਹੜਾ ਦਸਮ ਕਈ ਗੱਲ ਕਰਦੇ ਵੀ ਉਹ ਜਿਹੜੀਆਂ ਤੁਸੀਂ ਆਪਣਾ ਕਮੈਂਟ ਲਿਖਦੇ ਹੋ, ਜਿਵੇਂ ਜਗਜੀਤ ਸਿੰਘ ਦੁਖੀ ਨੇ ਲਿਖਿਆ, ਉਹ ਕਮੈਂਟ ਚਲਦੇ ਪੰਜਾਬ ਤੋਂ ਪੁੱਜੇ, ਉੱਥੇ ਨੰਬਰ ਵੀ ਹੈਗਾ ਕਹਿੰਦੇ। ਕਮੈਂਟ ਜਿਹੜੇ ਨੇ ਉਹਨਾਂ ਦੇ ਉੱਤੇ ਕੋਈ ਨੰਬਰ ਨਹੀਂ ਹੈ, ਇੱਕ ਗੱਲ। ਦੂਸਰੀ ਗੱਲ ਇਹ ਹੈ, ਸੈਂਡ ਕਰਦੇ ਉਦੋਂ ਜਾਂਦੇ ਨਾ, ਮੈਂ ਕਹਿੰਦਾ ਕਮੈਂਟ ਦੇ ਕੋਈ ਨਹੀਂ ਹੈ। ਚਲੋ ਮੈਂ ਇਹ ਕਹਿ ਰਿਹਾ, ਫਿਰ ਇਹ ਨਾਂ ਲੈ ਕੇ ਵੀ ਤਾਂ ਸਪੀਚ ਕੀਤੀ ਗਈ ਨਾ ਕਿਧਰੇ। ਹਾਂ ਬਿਲਕੁਲ, ਉਹ ਠੀਕ ਹੈ, ਠੀਕ ਹੈ। ਮੇਰਾ ਕਹਿਣ ਤੋਂ ਮਕਸਦ ਕੁਛ ਨਹੀਂ ਹੈ। ਦੇਖੋ, ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਅਸੀਂ ਇਹਨਾਂ ਚੱਕਰਾਂ ਵਿੱਚ ਨਾ ਪਈਏ, ਠੀਕ ਹੈ। ਸਾਡੇ ਅਗਰ ਇਹਨਾਂ ਛੋਟੇ ਚੱਕਰਾਂ 'ਚ ਪਾਵਾਂਗੇ, ਸਾਡਾ ਜਿਹੜਾ ਮੇਨ ਮੁੱਦਾ ਹੈ ਨਾ, ਉਹ ਕਿਧਰੇ ਨਾ ਕਿਧਰੇ ਅਸੀਂ ਭੁੱਲਦੇ ਜਾਵਾਂਗੇ, ਠੀਕ ਹੈ। ਜੇ ਮੈਂ ਤੁਹਾਨੂੰ ਹਰਾਉਣ ਦੀ ਕੋਸ਼ਿਸ਼ ਕਰਾਂਗਾ, ਤੁਸੀਂ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰੋਗੇ, ਸਾਡੀ ਜੰਗ ਆਪਸ ਵਿੱਚ ਵੀ ਲੱਗੀ ਰਹੇਗੀ, ਅਤੇ ਸਾਡਾ ਇਸ ਜੰਗ ਦਾ ਫਾਇਦਾ ਕੋਈ ਉਹ ਮਨੋਰਥ ਵੀ ਰਹਿ ਜਾਏਗਾ, ਜੰਗ ਦਾ ਫਾਇਦਾ ਕੋਈ ਹੋਰ ਲੈ ਜਾਏਗਾ। ਮੇਰੀ ਨਿਮਰਤਾ ਸਹਿਤ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ, ਸਾਰਿਆਂ ਨੂੰ,
ਉਹ ਪ੍ਰਚਾਰਕ ਕਿਸੇ ਵੀ ਮਤਲਬ ਗਰੁੱਪ ਦੇ ਨਾਲ ਕਿਉਂ ਨਾ ਤਾਲੁਕ ਰੱਖਦੇ ਹੋਣ। ਮੇਰਾ ਇੱਕ ਸਵਾਲ ਹੈ, ਲਾਸਟ ਇੱਥੇ ਸਵਾਲ ਪੈਦਾ ਹੋ ਗਿਆ। ਇਹ ਤੁਸੀਂ ਬਤੌਰ ਡਿਸਟ੍ਰਿਕਟ ਕਮੇਟੀ ਦੇ ਪ੍ਰਧਾਨ ਹੋ, ਉਹਦਾ ਤੁਹਾਡਾ ਵੱਡਾ ਹੈ। ਮੰਨ ਲਓ ਇੱਕ ਪਾਸੇ ਸਰਦਾਰ ਜਗਜੀਤ ਸਿੰਘ ਦੁਖੀਆ, ਦੂਜੇ ਪਾਸੇ ਆਪਣੇ ਭਾਈ ਹਰਚਰਨ ਸਿੰਘ ਜੀ ਬੀਬੀ ਪ੍ਰਧਾਨ ਜੀ ਨੇ। ਜੇ ਮੰਨ ਲਓ ਐਜ ਇੱਕ ਭਾਈਚਾਰਾ, ਇੱਕ ਸਿੱਖ ਹੋਣ ਦੇ ਨਾਤੇ ਰਿਸ਼ਤੇਦਾਰੀ ਵੀ ਹੈਗੀਆਂ, ਜੇ ਤੁਸੀਂ ਉਹਨਾਂ ਨੂੰ ਐਜ ਇਹ ਕਹੋ ਵੀ ਮੈਂ ਡਿਸਟ੍ਰਿਕਟ ਕਮੇਟੀ ਪ੍ਰਧਾਨ ਕਰਕੇ ਨਹੀਂ, ਐਜ ਭਰਾ ਕਰਕੇ ਆਪਾਂ ਬੈਠੀਏ, ਠੀਕ ਹੈ, ਹਰਨਾਮੇ ਕੀ ਹੋਵੋ ਜੋੜੀ ਗੁਰੂ में ਬੈਠੋ ਸਭਾ ਵਸਾਏ, ਜਾਂ ਉਹ ਤੁਹਾਨੂੰ ਕਹਿੰਦੇ ਆ ਆਓ ਰਲ ਮਿਲ ਕੇ ਆਪਾਂ ਪਿਛਲੀ ਗੱਲਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ, ਬੈਠੀਏ, ਇੱਕ ਸਾਂਝਾ ਪ੍ਰੋਗਰਾਮ ਲੱਗੇ, ਕੀ ਤੁਸੀਂ ਐਗਰੀ ਹੋਵੋਗੇ? ਦੇਖੋ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮੈਂ ਕਦੇ ਵੀ ਕਿਸੇ ਦੇ ਨਾਲ ਵੀ ਕੋਈ ਨਾਰਾਜ਼ਗੀ ਨਹੀਂ ਰੱਖੀ ਦੀ ਹੈ, ਠੀਕ ਹੈ। ਤੁਸੀਂ ਕਿਸੇ ਦਾ ਜ਼ਿਕਰ ਕਰ ਲਿਆ, ਮੈਂ ਨਾਂ ਕਿਸੇ ਦਾ ਨਹੀਂ ਕਦੇ ਆਪਣੇ ਜ਼ੁਬਾਨ 'ਚੋਂ ਨਾਂ ਨਹੀਂ ਲਿਆ। ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਉਹ ਮੇਰੇ ਅੰਕਲ ਹੈ, ਚਾਚਾ ਜੀ, ਮੈਂ ਉਹਨਾਂ ਦਾ ਭਤੀਜਾ, ਠੀਕ ਹੈ, ਮੈਂ ਉਹਨਾਂ ਦਾ ਭਤੀਜਾ, ਮੈਂ ਉਹਨਾਂ ਤੋਂ ਬਹੁਤ ਛੋਟਾ। ਉਹਨਾਂ ਦੀ ਸਾਰੀ ਉਮਰ ਜਿਹੜੀ ਹੈ ਉਹ ਇਸ ਪਾਸੇ ਲੰਘੀ ਹੋਣੀ। ਮੈਂ 4 ਦਿਨ ਹੋਏ ਮੈਨੂੰ ਇਸ ਪਾਸੇ ਆਏ ਦੇ, ਮੈਨੂੰ ਇੰਨੀ ਸੋਝੀ ਨਹੀਂ ਹੋ ਸਕਦੀ। ਲੇਕਿਨ ਮੈਂ ਕਹਿੰਦਾ ਸੀ ਬੈਠ ਕੇ ਕਿਸੇ ਦੇ ਨਾਲ ਵੀ, ਕੋਈ ਐਸਾ ਵਿਅਕਤੀ ਨਹੀਂ ਜਿਸ ਦੇ ਨਾਲ ਮੇਰੀ ਕੋਈ ਐਸੀ ਈਰਖਾ ਹੋਵੇ ਕਿ ਮੈਂ ਕਿਸੇ ਦੇ ਨਾਲ ਬੈਠ ਨਹੀਂ ਸਕਦਾ। ਮੈਂ ਕਿਸੇ ਦੇ ਨਾਲ ਵੀ ਬੈਠ ਸਕਦਾ, ਕੋਈ ਵਿਅਕਤੀ ਲਿਆਓ ਤੁਸੀਂ। ਮੈਂ ਤੁਹਾਨੂੰ ਇੱਕ ਦੀ ਮਿਸਾਲ ਦਿੰਦਾ ਨਾ ਕਿ ਦੇਖੋ ਤੁੰਦਾ ਸਾਹਿਬ ਦਾ ਪੁੰਛ ਦੇ ਅੰਦਰ ਪ੍ਰੋਗਰਾਮ ਹੋ ਹੀ ਨਹੀਂ ਸਕਦਾ ਸੀ, क्योंकि सारे कह रहे सन कि भाई नहीं जी वो ये है, वो एजेंसी है, फलाना सब। मेरा अपना पर्सनल व्यू सी कि एक बार उन्होंने सुन लेंदे आ, गलत बोलणगे तो कंडेम कर देंगे। ਸਾਡੇ ਕੋਲ ਵੀ ਸਟੇਜ ਹੈ ਨਾ, ਉਹ ਬੋਲ ਕੇ ਹਟਣਗੇ ਤਾਂ ਅਸੀਂ ਬੋਲਾਂਗੇ ਤਾਂ ਅਸੀਂ ਉਹਨੂੰ ਕੰਡੈਮ ਕਰਾਂਗੇ, ਭਾਈ ਸਾਹਿਬ ਤੁਸੀਂ ਗਲਤ ਬੋਲ ਰਹੇ ਹੋ, ਤੁਸੀਂ ਇਹ ਸ਼ਬਦ ਦੀ ਵਿਆਖਿਆ ਗਲਤ ਕਰ ਰਹੇ ਹੋ, ਅਸੀਂ ਇਸ ਦੇ ਨਾਲ ਸਹਿਮਤ ਨਹੀਂ ਹਾਂ। ਅਤੇ ਜ਼ਰੂਰੀ ਵੀ ਨਹੀਂ। ਹੁਣ ਜਿਹੜੀ ਮੇਰੇ ਵਾਸਤੇ ਵੀ ਇਹ ਕਿਹਾ ਜਾਂਦਾ ਹੈ ਕਿ ਇਹ ਬੰਦਾ ਸਾਇੰਸ ਦੀ ਗੱਲ ਜ਼ਿਆਦਾ ਕਰਦਾ ਹੈ, ਠੀਕ ਹੈ। ਮੈਂ ਕਦੋਂ ਕਿਸੇ ਨੂੰ ਕਿਹਾ ਕਿ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹੋ ਜਾਓ ਨਾ, ਤੁਸੀਂ ਗੁਰੂ ਨਾਨਕ ਦੀ ਗੱਲ ਨਾਲ ਸਹਿਮਤ ਹੋਵੋ, ਤੁਸੀਂ ਗੁਰੂ ਨਾਨਕ ਦੇ ਸ਼ਬਦ ਦੇ ਨਾਲ ਸਹਿਮਤ ਹੋਵੋ, ਤੁਸੀਂ ਗੁਰੂ ਨਾਨਕ ਦੇ ਫਲਸਫੇ ਦੇ ਨਾਲ ਸਹਿਮਤ ਹੋਵੋ, ਮੇਰੇ ਨਾਲ ਕਿਉਂ ਸਹਿਮਤ ਹੋਣਾ ਹੈ। ਪਰ ਮੈਂ ਇਹ ਗੱਲ ਤੁਹਾਨੂੰ ਕਹਿ ਰਿਹਾ ਕਿ ਅੱਜ ਦਾ ਵਿਗਿਆਨਿਕ, ਅੱਜ ਦਾ ਸਾਇੰਟਿਸਟ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦਾਂ ਦੀ ਵਿਆਖਿਆ ਕਰ ਰਿਹਾ ਹੈ। ਮੈਂ ਨਹੀਂ ਕਹਿ ਰਿਹਾ ਕਿ ਸਾਇੰਟਿਸਟ ਵੱਡਾ ਹੋ ਗਿਆ, ਇਹ ਪਤਾ ਨਹੀਂ ਕਿਉਂ ਧਾਰਨਾ ਬਣਾ ਲੈਂਦੇ ਨੇ, ਕਿਉਂ ਇਸ ਕਿਸਮ ਦੀਆਂ ਗੱਲਾਂ ਕਰੀ ਜਾਂਦੇ ਨੇ। ਮੇਰੇ ਖਿਆਲ ਹੀ ਈਰਖਾਵਸ ਹੋ ਕੇ ਇਹ ਗੱਲਾਂ ਕੀਤੀਆਂ ਜਾ ਰਹੀਆਂ। ਮੈਂ ਅੱਜ ਤੱਕ, ਮੈਂ ਖੁਦ ਸਾਇੰਸ ਦਾ ਵਿਦਿਆਰਥੀ ਹਾਂ, ਮੈਂ ਕਹਿੰਦਾ ਕਿ ਮੈਂ ਅਗਰ ਗੁਰੂ ਗ੍ਰੰਥ ਸਾਹਿਬ ਪਹਿਲੇ ਪੜ੍ਹਿਆ ਹੁੰਦਾ, ਮੈਂ ਬੜਾ ਲੇਟ ਆਇਆ ਇਸ ਪਾਸੇ, ਮੈਂ ਪਹਿਲੇ ਸਾਇੰਸ ਪੜ੍ਹੀ ਔਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ। ਮੈਂ ਕਹਿੰਦਾ ਅਗਰ ਮੈਂ ਗੁਰੂ ਗ੍ਰੰਥ ਸਾਹਿਬ ਪਹਿਲੇ ਪੜ੍ਹਿਆ ਦਾ ਹੁੰਦਾ ਜਾਂ ਥੋੜ੍ਹੀ ਬਹੁਤੀ ਸੋਝੀ ਆਈ ਦੀ ਹੁੰਦੀ ਮੈਨੂੰ, ਮੈਂ MSc ਦੇ ਵਿੱਚ ਪਤਾ ਨਹੀਂ ਕਿਹੜੇ ਹੋਰ ਆਨਸਰ ਲਿਖਣੇ ਸੀ, ਬੜੇ ਅੱਛੀ ਗੱਲਾਂ ਜਿਹੜੀ ਲਿਖੀ ਜਾ ਸਕਦੀ ਸੀ ਔਰ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਦਾ ਰੈਫਰੈਂਸ ਦੇ ਕੇ ਲਿਖ ਸਕਦਾ ਸਾਂ। ਮੈਂ ਤਾਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮਤਲਬ ਤੁਸੀਂ ਮੁੱਖ ਦੀ ਗੱਲ ਹੈ ਜਿਹੜਾ ਸਵਾਲ ਕੀਤਾ ਸੀ ਵੀ ਤੁਸੀਂ ਇਸ ਗੱਲ ਨੂੰ ਕੋਈ ਇਤਰਾਜ਼ ਨਹੀਂ, ਬੈਠਣ ਨੂੰ ਤਿਆਰ, ਮੈਨੂੰ ਕਿਸੇ ਦੇ ਨਾਲ ਬੈਠਣ 'ਚ ਕੋਈ ਇਤਰਾਜ਼ ਨਹੀਂ, ਮੇਰਾ ਕਿਸੇ ਦੇ ਨਾਲ ਕੋਈ ਪਰਸਨਲ ਕੋਈ ਝਗੜਾ ਨਹੀਂ। ਹਾਂ, ਕੁਝ ਜਗ੍ਹਾ ਪਰ ਜਿਹੜੇ ਝਗੜੇ ਸਾਡੇ ਨਜ਼ਰ ਆ ਰਹੇ, ਸਾਹਮਣੇ ਨਜ਼ਰ ਆ ਰਹੇ, ਉਹ ਕੁਛ ਹੋ ਸਕਦਾ ਕਿ ਗੁਰੂ ਘਰ ਦੀ ਕਿਸੇ ਪ੍ਰਾਪਰਟੀ ਨੂੰ ਲੈ ਕੇ ਹੋਇਆ ਹੋਵੇ ਝਗੜਾ, ਔਰ ਗੁਰੂ ਘਰ ਦੀ ਕਿਸੇ ਜਾਇਦਾਦ ਨੂੰ ਲੈ ਕੇ ਕੋਈ ਗੱਲ ਚੱਲ ਰਹੀ ਹੋਵੇ, ਉਹ ਵੀ ਮੇਰਾ ਪਰਸਨਲ ਨਹੀਂ ਹੈ ਕੋਈ ਵੀ। ਉਹ ਐਜ਼ ਏ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਨੂੰ ਮੇਰੀ ਡਿਊਟੀ ਹੈ, ਮੈਂ ਕਰ ਰਿਹਾ। ਫਿਰ ਵੀ ਅਗਰ ਉਹ ਬੈਠਣਾ ਚਾਹੁੰਦੇ ਨੇ ਕਿਸੇ ਵੀ ਮੁੱਦੇ 'ਤੇ, ਮੈਨੂੰ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ, ਕਿਸੇ ਦੇ ਨਾਲ ਕੋਈ ਇਤਰਾਜ਼ ਨਹੀਂ। ਮੇਰਾ ਕੋਈ ਜ਼ਾਤੀ ਤੌਰ ਪਰ ਮੇਰਾ ਕੋਈ ਦੁਸ਼ਮਣ ਨਹੀਂ, ਠੀਕ ਹੈ। ਮੇਰਾ ਕਿਸੇ ਦੇ ਨਾਲ ਬੈਠਣ ਦੀ ਕੋਈ ਇਤਰਾਜ਼। ਅਖੀਲਾ ਸਵਾਲ ਹੈ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ, ਪਰ ਥੋੜ੍ਹਾ ਜਿਹਾ ਕਲੈਰਿਟੀ ਦੇ ਦਈਏ। ਜਿਵੇਂ ਉਹ ਵੀਰ ਆਏ, ਉਹਨਾਂ ਨੇ ਆਣ ਕੇ ਥ੍ਰੈਡ ਦੇਣੀ, ਵੈਸੇ ਤਾਂ ਜ਼ਿਆਦਾ ਆਪਾਂ ਮੀਡੀਆ ਤੋਂ ਦੇਖ ਸਕਦੇ, ਪਤਾ ਲੱਗਦਾ ਮਿਸ਼ਨਰੀ ਜਿਹੜੇ ਪ੍ਰਚਾਰਕ ਨੇ ਉਹ ਕਦੀ ਵੀ ਕਿਸੇ ਨੂੰ ਨਹੀਂ ਕਹਿੰਦੇ ਵੀ ਇਹਨੂੰ ਵੜਨ ਨਹੀਂ ਦੇਣਾ, ਬੋਲਣ ਨਹੀਂ ਦੇਣਾ, ਹੈ ਨਾ, ਜਾਂ ਇਹਨੂੰ ਕੁੱਟ ਪਏਗੀ। ਜ਼ਿਆਦਾ ਟਕਸਾਲ ਵਾਲੇ ਸਾਡੇ ਵੀਰ ਨੇ, ਉਹਨਾਂ ਨੇ ਜ਼ਿਆਦਾ ਇਹ ਗੱਲ ਕਹਿੰਦੇ ਵੀ ਅਸੀਂ ਇਹਨੂੰ ਬੋਲਣ ਨਹੀਂ ਦੇਣਾ, ਤੇਰੀ ਧੌਣ ਲਾ ਦੇਣੀ ਹੈ। ਕਿ ਇੱਦਾਂ ਦਾ ਮਾਹੌਲ ਸਿਰਜਣਾ, ਇੱਦਾਂ ਦੀ ਗੱਲਬਾਤ ਕਰਨੀ ਸਿੱਖ ਪ੍ਰਤੀ, ਕਿ ਇਹ ਗੁਰੂ ਸਾਹਿਬ ਦਾ ਪ੍ਰਚਾਰ ਦਾ ਤਰੀਕਾ ਹੈ? ਦੇਖੋ, ਗੁਰੂ ਨਾਨਕ ਪਾਤਸ਼ਾਹ ਹਰਿਦੁਆਰ ਵੀ ਗਏ, ਮੱਕੇ ਵੀ ਗਏ, ਉਹਨਾਂ ਨੇ ਕਦੇ ਵੀ ਨਹੀਂ ਕਿਹਾ, ਸੁਣੋ ਮੱਕੇ ਵੀ ਗਏ, ਠੀਕ ਹੈ। ਉਹਨਾਂ ਨੇ ਆਪਣਾ ਪੱਖ ਰੱਖਿਆ ਔਰ ਉੱਥੋਂ ਚੱਲ ਕੇ ਆ ਗਏ।
ਠੀਕ ਹੈ। ਉਹ ਫਿਰ ਵੀ ਚੰਗੇ ਸਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਸੁਣਿਆ। ਸੁਣੋ, ਗੁਰੂ ਨਾਨਕ ਪਾਤਸ਼ਾਹ ਨੂੰ ਸੁਣਿਆ ਉਹਨਾਂ ਨੇ, ਜਿਨ੍ਹਾਂ ਨੇ ਘਰ ਬੈਠ ਕੇ ਸੁਣਿਆ। ਅਸੀਂ ਕਹਿੰਦੇ ਨਾ ਕਿ ਮੱਕਾ ਘੁਮਾ ਗਏ, ਮੱਕਾ ਤੇ ਚਲੋ ਘੁੰਮਿਆ ਜਾਂ ਨਹੀਂ ਘੁੰਮਿਆ, ਲੇਕਿਨ ਜਿਸਲੇ ਗੁਰੂ ਨਾਨਕ ਪਾਤਸ਼ਾਹ ਘੁੰਮਿਆ ਜ਼ਰੂਰ ਹੈ। ਨਹੀਂ, ਨਹੀਂ ਸੁਣੋ, ਜਿਸਲੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਸ਼ਬਦਾਵਲੀ ਇਸਤੇਮਾਲ ਕੀਤੀ, ਸ਼ਬਦ ਜਿਹਨੇ ਆਪਣੀ ਵਿਚਾਰਧਾਰਾ ਦੱਸੀ ਨਾ, ਉਹ ਜਿਹੜੇ ਲੋਕ ਸੀ ਉਹਨਾਂ ਦੇ ਸਿਰ ਜ਼ਰੂਰ ਘੁੰਮੇ, ਉਹਨਾਂ ਦੀ ਸੋਚ ਜ਼ਰੂਰ ਘੁੰਮੀ, ਉਹਨਾਂ ਦੀ ਸੋਚ ਜ਼ਰੂਰ ਘੁੰਮੀ। ਉਹਨਾਂ ਨੂੰ ਸਮਝ ਆ ਗਿਆ ਇਹ ਤੇ ਕਹਿ ਰਿਹਾ ਕਿ ਬਈ ਅੱਲਾ ਤੇ ਹਰ ਪਾਸੇ ਹੈ, ਤੇ ਗੱਲ ਸੱਚ ਹੈ। ਅਗਰ ਇੱਕ ਪਾਸੇ ਅਸੀਂ ਸਾਡਾ ਕੁਰਾਨ ਸ਼ਰੀਫ ਕਹਿ ਰਿਹਾ ਓਮਨੀ ਪ੍ਰੈਜ਼ੈਂਟ ਹੈ, ਹਰ ਥਾਂ ਤੇ ਮੌਜੂਦ ਹੈ, ਹਰ ਦਿਸ਼ਾ ਵਿੱਚ ਮੌਜੂਦ ਹੈ, ਫਿਰ ਅਸੀਂ ਕਿਸ ਤਰ੍ਹਾਂ ਸਮਝਦੇ ਸਾਂ? ਇਹ ਇੱਕ ਬੜੀ ਸੋਚ ਸੀ। ਮੈਂ ਕਹਿੰਦਾ ਕਿ ਸਾਨੂੰ ਇਹ ਕਦੇ ਵੀ ਨਹੀਂ ਹੋਣਾ ਚਾਹੀਦਾ ਕਿ ਮੈਂ ਉਸ ਨੂੰ ਅੰਦਰ ਨਹੀਂ ਵੜਨ ਦਿਆਂਗਾ, ਮੈਂ ਉਸ ਨੂੰ ਗੁਰਦੁਆਰੇ ਵਿੱਚ ਟਾਈਮ ਨਹੀਂ ਦਿਆਂਗਾ। ਘੱਟੋ ਘੱਟ 50-52 ਟਕਸਾਲਾਂ ਨੇ। ਤੁਸੀਂ ਸਾਡੇ ਵੀਰ ਨੇ, ਠੀਕ ਆ, ਵਿਚਾਰਧਾਰਾ ਦਾ ਫਰਕ ਹੋ ਸਕਦਾ, ਉੱਥੇ ਵੀ ਬੱਚੇ ਤਿਆਰ ਹੁੰਦੇ ਨੇ, ਪੜ੍ਹਾਏ ਜਾਂਦੇ ਨੇ। ਉਹਨਾਂ ਨੇ ਵੀਰਾਂ ਨੂੰ ਤੁਸੀਂ ਉਹਨਾਂ ਦੇ ਜਿਹੜੇ ਉਹਨਾਂ ਦੇ ਆਗੂ ਨੇ ਜਿਹੜੇ ਉੱਥੇ, ਉਹਨਾਂ ਨੂੰ ਇੱਕ ਇਨਸਾਨੀਅਤ ਵਾਲਾ ਕਿਹੜਾ ਮੈਸੇਜ ਦੇਣਾ ਚਾਹੁੰਦੇ? ਮੈਂ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀ ਟਕਸਾਲ ਨੇ ਇਹ ਬਹੁਤ ਵੱਡੀ ਸੇਵਾ ਕਰ ਰਹੇ ਨੇ, ਬੱਚਿਆਂ ਨੂੰ ਬਾਣੀ ਦੇ ਨਾਲ ਜੋੜ ਰਹੇ ਨੇ, ਬਾਣੇ ਦੇ ਨਾਲ ਜੋੜ ਰਹੇ ਨੇ, ਕੋਈ ਸ਼ੱਕ ਵਾਲੀ ਗੱਲ ਨਹੀਂ, ਕੋਈ ਝੂਠੀ ਗੱਲ ਨਹੀਂ। ਔਰ ਅੱਛੇ ਪਾਠੀ ਨੇ, ਉਸ ਟਕਸਾਲਾਂ ਵਿੱਚੋਂ ਨਿਕਲੇ ਹੋਏ ਅੱਛੇ ਪਾਠੀ ਨੇ, ਅੱਛੇ ਕੀਰਤਨੀਏ ਨੇ, ਅੱਛੇ ਪ੍ਰਚਾਰਕ ਵੀ ਹੋ ਸਕਦੇ ਨੇ। ਪਰ ਮੈਂ ਇਹ ਕਹਿ ਰਿਹਾ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਥ੍ਰੈਟ, ਕਿਸੇ ਵੀ ਤਰ੍ਹਾਂ ਦੀ ਧਮਕੀ ਕਿਸੇ ਨੂੰ ਕਿ ਬਈ ਅਗਰ ਤੂੰ ਇਹ ਗੱਲ ਕੀਤੀ, ਜਿਸ ਤਰ੍ਹਾਂ ਹੁਣ ਇਹ ਗੱਲ ਮੈਨੂੰ ਸੁਣਾਈ ਗਈ ਕਿ ਉੱਥੇ ਕਿਹਾ ਗਿਆ ਕਿ ਬਈ ਉਹ ਲੜਕੀ ਜਿਸਨੇ ਡਿੱਗਿਆ ਨਾ ਉੱਥੇ ਰਾਣੀ ਤਲਾਬ ਗੁਰਦੁਆਰੇ ਦੇ, ਜਿਸਨੇ ਕੀਤੀ, ਤੁਸੀਂ ਉਸਨੂੰ ਮਤਲਬ ਕਿਉਂ ਛੱਡ ਕਿਉਂ ਦਿੱਤਾ, ਉਹਨੂੰ ਗੋਲੀ ਕਿਉਂ ਨਹੀਂ ਮਾਰੀ? ਦੇਖੋ, ਇਹ ਚੀਜ਼ਾਂ ਸਾਡੇ ਸਿੱਖ ਕੌਮ ਨੂੰ ਕਿਸੇ ਹੋਰ ਦਿਸ਼ਾ 'ਚ ਲੈ ਜਾਣਗੀਆਂ। ਸਿੱਖ ਕੌਮ ਬੜੀ ਇੰਟੈਲੈਕਚੁਅਲ ਕੌਮ ਹੈ, ਸਿੱਖ ਕੌਮ ਬੜੀ ਇੰਟੈਲੈਕਚੁਅਲ ਕੌਮ ਹੈ। ਇਹ ਬਦਕਿਸਮਤੀ ਸਾਡੀ ਰਹੀ ਕਿ ਅਸੀਂ ਇਸ ਦਾ ਨੈਰੇਟਿਵ ਕੁਝ ਹੋਰ ਸੈੱਟ ਕਰ ਰਹੇ ਹਾਂ। ਮੇਰਾ ਯਾਦ ਆ ਗਿਆ ਕਿ ਬਾਬਾ ਕਰਤਾਰ ਸਿੰਘ ਇੱਕ ਨਾਮ ਦਾ ਇੱਕ ਸਾਇੰਟਿਸਟ ਹੋਇਆ, ਬਾਬਾ ਕਰਤਾਰ ਸਿੰਘ ਨਾਮ ਦਾ ਸਾਇੰਟਿਸਟ, ਜਿਹੜਾ ਕਿ ਉਸ ਸਮੇਂ ਨੋਬੇਲ ਪ੍ਰਾਈਜ਼ ਵਾਸਤੇ 10 ਬੰਦਿਆਂ ਨੂੰ ਨਿਯੁਕਤ ਕੀਤਾ ਗਿਆ ਸੀ, ਤਾਂ ਉਹਨਾਂ ਵਿੱਚ ਉਸ ਦਾ ਵੀ ਨਾਮ ਸੀ। ਮੰਨਦੇ ਹੋ? ਜਸਲੀਨ ਕੌਰ ਇੱਕ ਬੱਚੀ ਹੈ ਛੋਟੀ, ਜਿਸ ਨੂੰ ਕਿ 2030 ਦੇ ਵਿੱਚ ਇੱਕ ਮਾਰਸ ਐਕਸਪੀਡੀਸ਼ਨ ਹੋ ਰਿਹਾ ਹੈ, ਉਸ ਵਾਸਤੇ ਜਸਲੀਨ ਕੌਰ ਨੂੰ ਸਿਲੈਕਟ ਕਰ ਦਿੱਤਾ ਗਿਆ ਨਾਸਾ ਦੇ ਵਿੱਚ। ਇਹ ਸਿੱਖ ਕੌਮ ਦੀਆਂ ਉਪਲਬਧੀਆਂ ਨਹੀਂ ਹਨ। ਮੀਤ ਗੁਰਤੇਜ ਸਿੰਘ ਜੀ ਨੇ, ਜਿਨ੍ਹਾਂ ਨੇ ਥਾਮਸ ਐਡੀਸਨ ਤੋਂ ਵੱਧ ਰਿਕਾਰਡ ਆਪਣੇ ਨਾਮ ਪੇਟੈਂਟ ਕਰਵਾਏ। ਹੁਣ ਦੇਖੋ ਕਿ ਅਸੀਂ ਕਹਿ ਰਹੇ ਹਾਂ ਕਿ ਸਾਡੀ ਕਿਸ ਕਿਸਮ ਦੀਆਂ ਉਪਲਬਧੀਆਂ ਨੇ। ਇਹ ਸਾਰੀਆਂ ਗੱਲਾਂ ਗਿਆਨ ਨਾਲ ਹੋ ਸਕਦੀਆਂ, ਸਾਰੀਆਂ ਗੱਲਾਂ ਡਿਸਕਸ਼ਨਸ ਨਾਲ ਹੋ ਸਕਦੀਆਂ, ਪੜ੍ਹਾਈ ਨਾਲ ਹੋ ਸਕਦੀਆਂ ਨੇ। ਸਾਨੂੰ ਜਿਤਨੇ ਵੀ ਟਕਸਾਲੀ, ਜਿਤਨੇ ਵੀ ਸਾਡੇ ਸਿੱਖ ਸਮਾਜ ਦੀਆਂ ਜੋ ਵੀ ਡਿਫਰੈਂਟ ਜੋ ਸੈਕਟਸ ਨੇ ਜਾਂ ਹੋਰ ਵੀ ਸਮਾਜ ਕੋਲ ਜਿਹੜੇ ਸੰਸਥਾਵਾਂ ਨੇ, ਮੈਂ ਸਾਰਿਆਂ ਪ੍ਰਤੀ ਬੇਨਤੀ ਕਰਦਾ ਹਾਂ ਕਿ ਅਸੀਂ ਇੱਕ ਦੂਸਰੇ ਦੇ ਨਾਲ ਈਰਖਾ ਛੱਡ ਦਈਏ, ਮਿਲ ਕੇ ਬੈਠੀਏ। ਸਾਡੇ ਕੁਛ ਚੀਜ਼ਾਂ ਤੇ ਡਿਫਰੈਂਸਿਸ ਹੋ ਸਕਦੇ ਨੇ, ਉਹਨਾਂ ਉੱਪਰ ਦੁਬਾਰਾ ਰਿਸਰਚ ਕਰੀਏ, ਇੱਕਦਮ ਰਿਜੈਕਟ ਨਾ ਕਰੀਏ ਕਿਸੇ ਨੂੰ, ਇੱਕਦਮ ਕਿਸੇ ਨੂੰ ਐਕਸੈਪਟ ਨਾ ਕਰੀਏ, ਉਹਦੇ ਉੱਤੇ ਦੁਬਾਰਾ ਰਿਸਰਚ ਕੀਤੀ ਜਾਵੇ। ਮੇਨ ਜੋ ਮੁੱਦੇ ਨੇ ਸਾਡੇ, ਉਹਨਾਂ ਦੇ ਉੱਪਰ ਅਸੀਂ ਸਹਿਮਤੀ ਪ੍ਰਗਟ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਤੇ ਆਪਣੇ ਪੰਥ ਦੀ, ਆਪਣੇ ਇਲਾਕੇ ਦੀ, ਆਪਣੇ ਭਾਈਚਾਰੇ ਦੀ ਚੜ੍ਹਦੀ ਕਲਾ ਕਰ ਸਕੀਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋ ਇਹ ਸਨ ਸਰਦਾਰ ਨਰਿੰਦਰ ਸਿੰਘ ਜੀ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਪੁੰਛ ਦੇ ਪ੍ਰਧਾਨ ਮੌਜੂਦਾ, ਕਾਫੀ ਲੰਬੇ ਤੋਂ ਸੇਵਾ ਨਿਭਾ ਰਹੇ ਨੇ। ਸਿੰਘ ਨਾਲ ਦੀ ਟੀਮ ਵੱਲੋਂ ਇਹਨਾਂ ਨਾਲ ਪੁੱਜ ਕੇ ਇਹਨਾਂ ਦੇ ਘਰ ਅਤੇ ਗੱਲਬਾਤ ਕੀਤੀ। ਬੜੇ ਸੋਹਣੇ ਢੰਗ ਦੇ ਨਾਲ ਲੌਜਿਕ ਤੌਰ 'ਤੇ ਜਵਾਬ ਦਿੱਤੇ ਨੇ। ਕੁਝ ਸਮਾਜ ਦੀ ਗੱਲਾਂ ਕੀਤੀ ਗਈਆਂ, ਸੰਸਥਾਵਾਂ ਦੀ ਗੱਲਾਂ ਕੀਤੀ ਗਈਆਂ, ਵਿਦਿਅਕ ਅਦਾਰੇ ਜਿਹੜੇ ਨੇ, ਜਿਹੜੇ ਸਟੱਡੀ ਕਰਾਉਂਦੇ, ਉਹਨਾਂ ਬਾਰੇ ਗੱਲਾਂ ਕੀਤੀ ਗਈਆਂ। ਤੋ ਸਾਰਾ ਕੁਝ ਇਹਨਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਜਵਾਬ ਦਿੱਤੇ ਨੇ। ਅਤੇ ਸਾਡਾ ਮਕਸਦ ਕੇਵਲ ਇੰਨਾ ਹੈ ਵੀ ਆਪਾਂ ਆਪਸ 'ਚ ਜਿਹੜੇ ਸਾਰੇ ਸਿੱਖ ਭਰਾ ਹਾਂ, ਤੋ ਰਲ ਮਿਲ ਕੇ ਜਿਹੜੀਆਂ ਸਾਡੀਆਂ ਘਾਟਾਂ ਨੇ, ਉਣਤਾਈਆਂ ਨੇ, ਉਹਨਾਂ ਨੂੰ ਖ਼ਤਮ ਕਰਦੇ, ਅੱਗੇ ਵੱਧ ਕੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜਿਹੜੀ ਹੈ ਉਹ ਦੁਨੀਆ ਤੱਕ, ਲੋਕਾਂ ਦੇ ਘਰ ਘਰ ਤੱਕ ਪਹੁੰਚਾਈਏ। ਤੋ ਜਿਹੜੇ ਨਿੱਜੀ ਆਪਣੀਆਂ ਗੱਲਾਂ ਨੇ ਉਹਨੂੰ ਛੱਡ ਕੇ ਅਗਾਂਹ ਨੂੰ ਵਧੀਏ, ਅਤੇ ਜਿੱਥੇ ਕੋਈ ਲੱਗਦਾ ਹੈ ਉੱਥੇ ਰਲ ਮਿਲ ਬੈਠ ਕੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ। ਸਰਦਾਰ ਜਗਜੀਤ ਸਿੰਘ ਦੁਖੀ ਜੀ ਨਾਲ ਗੱਲ ਕੀਤੀ ਗਈ ਸੀ। ਤਾਂ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ
ਸਰਦਾਰ ਹਰਚਰਨ ਸਿੰਘ ਜੀ ਜਿਹੜੇ ਬੇਬੀ ਪ੍ਰਧਾਨ ਨੇ ਇੱਥੋਂ ਦੇ ਫੈਡਰੇਸ਼ਨ ਦੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡਾ ਮਕਸਦ ਆਪਸ 'ਚ ਲੜਾਉਣਾ ਨਹੀਂ, ਨਾ ਹੀ ਸਾਡਾ ਮਕਸਦ TRP ਲੈਣਾ। ਗੱਲ ਇਹ ਹੈ ਕਿ ਅਸੀਂ ਮੀਡੀਆ ਦੇ ਰਾਹੀਂ ਇਹ ਗੱਲ ਪਹੁੰਚਾਈਏ ਸਮਾਜ ਦੇ ਵਿੱਚ, ਤਾਂ ਕਿ ਕਿਉਂਕਿ ਇਸ ਤੋਂ ਪਹਿਲਾਂ ਕੋਈ ਵੀ ਚੈਨਲ ਇਸ ਮੁੱਦੇ ਨੂੰ ਲੈ ਕੇ ਕੋਈ ਐਸਾ ਗੱਲਬਾਤ ਨਹੀਂ ਛੇੜੀ ਗਈ ਵੀ ਆਪਾਂ ਇਹਨਾਂ ਜਿਹੜੇ ਵੀਰ ਨੇ ਆਪਸ 'ਚ ਜਿਹੜੀ ਗੱਲਬਾਤ ਚੱਲ ਰਹੀ ਹੈ ਇਹਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰੀਏ। ਸਾਡੇ ਵੱਲੋਂ ਇਹ ਉਪਰਾਲਾ ਕੀਤਾ ਗਿਆ, ਅਸੀਂ ਕੋਸ਼ਿਸ਼ ਕੀਤੀ ਹੈ ਵੀ ਆਪਾਂ ਇਹਨਾਂ ਨੂੰ ਇਕੱਠੇ ਕਰੀਏ। ਤੋ ਜਿਹੜੇ ਮੂੰਹ ਮਰਾਸੇ ਬਣੇ ਹੋਏ ਨੇ ਇੱਕ ਦੂਜੇ ਦੀਆਂ ਨੁੱਕਰਾਂ 'ਤੇ ਖਲੋ ਕੇ ਗੱਲਾਂ ਬਾਤਾਂ ਹੁੰਦੀਆਂ ਉਹ ਨਾ ਹੋਣ, ਤਾਂ ਕਿ ਪੰਥ ਜਿਹੜਾ ਹੈ ਗੁਰੂ ਦਾ ਪੱਖ ਜਿਹੜਾ ਉਹ ਗੁਰੂ ਦੀ ਵਿਚਾਰਧਾਰਾ ਜਿਹੜੀ ਹੈ ਉਹ ਅੱਗੇ ਵਧੇ। ਇਹ ਪੁੰਛ ਦਾ ਇਲਾਕਾ, ਜੰਮੂ ਕਸ਼ਮੀਰ ਦਾ ਇਲਾਕਾ ਇੱਕ ਵਧੀਆ ਬਣ ਸਕੇ। ਜਿਹੜਾ ਭਾਈ ਫੇਰੂ ਸਿੰਘ ਜੀ ਇੱਥੇ ਪ੍ਰਚਾਰ ਦਾ ਲੈ ਕੇ ਪ੍ਰੋਗਰਾਮ ਲੈ ਕੇ ਆਏ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਨਿਸ਼ਾਨਾ ਸੀ ਉਹ ਪੂਰਾ ਹੋ ਸਕੇ। ਸੋ ਸਿੰਘਨਾ TV ਵੱਲੋਂ ਵੀਰ ਨਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਮਾਂ ਕੱਢਿਆ। ਫਿਰ ਸਮਾਂ ਮਿਲਿਆ ਇਹਨਾਂ ਨੂੰ ਯਾਦ ਕਰਾਂਗੇ। ਸੋ ਤਦੋਂ ਤੱਕ ਦਿਓ ਇਜਾਜ਼ਤ, ਜਦੋਂ ਤੱਕ ਅਸੀਂ ਨਵੇਂ ਤੋਂ ਨਵਾਂ ਮੁੱਦਾ, ਨਵੇਂ ਤੋਂ ਚਿਹਰਾ ਲੈ ਕੇ ਆਪ ਜੀ ਸਾਨੂੰ ਹਾਜ਼ਰ ਹੁੰਦੇ ਹਾਂ। ਔਰ ਰਿਪੋਰਟਰ ਪੁਸ਼ਪਿੰਦਰ ਸਿੰਘ ਜੰਮੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।